ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸ਼੍ਰੀ ਸੁਖਮਨੀ ਸਾਹਿਬ ਦੀ 13ਵੀਂ ਅਸ਼ਟਪਦੀ ਕਥਾ ਕਰ ਰਹੇ ਹਾਂ। 13ਵੀਂ ਅਸ਼ਟਪਦੀ ਦੇ 4 ਬੰਦ ਕੱਲ੍ਹ ਹੋ ਗਏ ਸਨ। 5ਵੇਂ ਬੰਦ ਤੋਂ ਸ਼ੁਰੂ ਹੋਣੀ ਹੈ। 5ਵੇਂ ਬੰਦ ਦੀ ਪਹਿਲੀ ਪੰਕਤੀ ਹੈ, ਸੰਤ ਕਾ ਦੋਖੀ ਅਧ ਬੀਜ ਤੇ ਟੂਟੈ, ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ। ਦੋਖੀ ਨਿੰਦਕ, ਸੰਤਾਂ ਦਾ ਜਿਹੜਾ ਨਿੰਦਕ ਹੁੰਦਾ ਅਧ ਬੀਜ ਟੁੱਟੇ, ਉਹਦਾ ਜੀਵਨ ਅਧਵਾਟੇ ਟੁੱਟ ਜਾਂਦਾ ਹੈ। ਉਹ ਪੂਰਾ ਜੀਵਨ ਨਹੀਂ ਜਿਉ ਸਕਿਆ ਕਰਦਾ, ਕਿਉਂਕਿ ਕਈ ਵਾਰੀ ਉਂਝ ਤਾਂ ਸਿੱਖ ਧਰਮ ਤਾਂ ਸਰਾਪ ਨਹੀਂ ਦਿੰਦੇ, ਪਰ ਕਈ ਧਰਮਾਂ ਦੇ ਵਿੱਚ ਨਾ ਸਰਾਪ ਦੇ ਦਿੰਦੇ ਨੇ। ਇਸ ਲਈ ਜਿਹੜਾ ਹੈ ਕਈ ਵਾਰੀ ਫਿਰ ਉਹ ਨਿੰਦਕ ਜੀਵਨ ਪੂਰਾ ਹੀ ਨਹੀਂ ਕਰ ਸਕਦਾ ਹੁੰਦਾ, ਉਹਦਾ ਜੀਵਨ ਅਧੂਰਾ ਰਹਿ ਜਾਂਦਾ ਹੈ। ਸਮੇਂ ਤੋਂ ਪਹਿਲਾਂ ਹੀ ਉਹ ਕੰਡਮ ਹੋ ਜਾਂਦਾ ਹੈ, ਉਹਦੀ ਡੈਥ ਹੋ ਸਕਦੀ ਹੈ। ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੇ, ਕੋਈ ਜਿਹੜਾ ਸੰਤਾਂ ਦਾ ਨਿੰਦਕ ਹੈ ਉਹਦਾ ਕੋਈ ਵੀ ਕਾਰਜ ਪੂਰਾ ਨਹੀਂ ਹੁੰਦਾ, ਸਾਰੇ ਕਾਰਜ ਅਧੂਰੇ ਰਹਿ ਜਾਂਦੇ ਨੇ, ਕੰਮਾਂ 'ਚ ਅੜਚਣ ਪੈਂਦੀ ਹੈ। ਇਸ ਲਈ ਕੋਈ ਵੀ ਕੰਮ ਉਹਦਾ ਸਿਰੇ ਨਹੀਂ ਲੱਗਦਾ। ਸੰਤ ਕੇ ਦੋਖੀ ਕੋ ਉਦਿਆਨ ਭਰਮਾਈਐ, ਉਦਿਆਨ ਹੁੰਦਾ ਬੀਆਬਾਨ, ਉਜਾੜ ਜੰਗਲ, ਬੀਆਬਾਨ, ਭਰਮਾਈਆ ਹੁੰਦਾ ਭਟਕਾਉਣਾ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਉਹਨੂੰ ਪਰਮਾਤਮਾ ਬੀਆਬਾਨਾਂ ਉਜਾੜਾਂ ਦੇ ਵਿੱਚ ਭਟਕਾਉਂਦਾ ਰਹਿੰਦਾ ਹੈ। ਉਹ ਭਟਕਦਾ ਰਹਿੰਦਾ, ਕਦੇ ਕਿਤੇ ਜਾਂਦਾ, ਨਹੀਂ ਕੋਈ ਗੱਲ ਬਣਦੀ ਉਹਦੀ। ਸੰਤ ਕਾ ਦੋਖੀ ਉਜੜ ਪਾਈਐ, ਉਜੜ ਦਾ ਪੁਠੇਰਾ, ਕੁਰਾਹੇ ਜਿਹਨੂੰ ਕਹਿੰਦੇ ਨੇ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਪਰਮਾਤਮਾ ਉਸਨੂੰ ਕੁਰਾਹੇ ਪਾਉਂਦਾ, ਵੀ ਜਾ ਭੈੜੇ ਪਾਸੇ ਲੱਗਿਆ ਰਹਿ, ਆਪੇ ਮਾੜੇ ਕੰਮ ਕਰੇਗਾ, ਫਿਰ ਉਹਦੀ ਸਜ਼ਾ ਭੋਗਦਾ ਰਹੇਗਾ। ਕਿਉਂਕਿ ਪਰਮਾਤਮਾ ਇਹ ਸਹਿਣ ਹੀ ਨਹੀਂ ਕਰ ਸਕਦਾ ਕਿ ਉਹਦੇ ਭਗਤ ਦੀ ਕੋਈ ਨਿੰਦਿਆ ਕਰੇ ਜਾਂ ਉਹਦੇ ਭਗਤ ਨੂੰ ਕੋਈ ਤੰਗ ਕਰੇ। ਇਸ ਲਈ ਪਰਮਾਤਮਾ ਫਿਰ ਨਿੰਦਕਾਂ ਦੇ ਨਾਲ ਨਾਰਾਜ਼ ਹੋ ਜਾਂਦਾ। ਇਸ ਲਈ ਉਹ ਫਿਰ ਮਾੜੇ ਰਾਹ ਪੈ ਜਾਂਦੇ ਹਨ, ਫਿਰ ਉਹਨਾਂ ਤੋਂ ਮਾੜੇ ਕਰਮ ਹੁੰਦੇ ਨੇ, ਫਿਰ ਉਹ ਦੁੱਖ ਭੋਗਦੇ ਰਹਿੰਦੇ ਹਨ। ਸੰਤ ਕਾ ਦੋਖੀ ਅੰਤਰ ਤੇ ਥੋਥਾ, ਜਿਵੇਂ ਬਦਾਮ ਬਾਹਰੋਂ ਦੇਖੋ ਕਿੰਨਾ ਵਧੀਆ ਹੁੰਦਾ, ਜਿਸ ਨੂੰ ਤੋੜੋ ਅਤੇ ਵਿੱਚ ਗਿਰੀ ਨਾ ਹੋਵੇ ਤਾਂ ਉਸ ਬਦਾਮ ਦੀ ਕੋਈ ਕੀਮਤ ਨਹੀਂ ਹੁੰਦੀ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਇਹ ਅੰਦਰੋਂ ਖਾਲੀ ਹੁੰਦਾ, ਭਾਵ ਦੇ ਅੰਦਰ ਗੁਣ ਕੋਈ ਨਹੀਂ ਹੁੰਦਾ, ਇਹ ਅੰਦਰੋਂ ਥੋਥਾ ਹੁੰਦਾ, ਇਹਦੇ ਅੰਦਰ ਕੋਈ ਗੁਣ ਨਹੀਂ ਹੁੰਦਾ, ਬਸ ਔਗਣ ਹੀ ਔਗਣ ਹੁੰਦੇ। ਇਸ ਲਈ ਥੋਥਾ ਹੈ। ਆਮ ਕਹਾਵਤ ਹੈ, ਥੋਥਾ ਚਨਾ ਬਾਜੈ ਘਣ। ਜਿਹੜਾ ਥੋਥਾ ਛੋਲਿਆਂ ਦਾ ਦਾਣਾ ਹੈ ਉਹ ਖੜਕਾ ਬਹੁਤ ਕਰਦਾ ਹੈ। ਇਸ ਲਈ ਜਿਨ੍ਹਾਂ ਦੇ ਅੰਦਰ ਗੁਣ ਕੋਈ ਹੈ ਨਹੀਂ ਉਹ ਫਿਰ ਜ਼ਿਆਦਾ ਬੋਲਦੇ ਨੇ ਅਤੇ ਦੂਜਿਆਂ ਬਾਰੇ ਅਵਾ ਤਵਾ ਬੋਲਦੇ ਰਹਿੰਦੇ ਹਨ। ਅਸਲ 'ਚ ਅੰਦਰੋਂ ਥੋਥਾ ਹੁੰਦਾ ਹੈ, ਉਹਦੇ ਅੰਦਰ ਕੋਈ ਗੁਣ ਨਹੀਂ ਹੁੰਦਾ। ਜਿਉਂ ਸਾਸ ਬਿਨਾ ਮਿਰਤਕ ਕੀ ਲੋਥ, ਲੋਥ ਆਪਾਂ ਡੈਡ ਬੋਡੀ ਨੂੰ ਕਹਿੰਦੇ, ਜਿਵੇਂ ਮਰੇ ਹੋਏ ਦਾ ਸਰੀਰ ਹੁੰਦਾ, ਜਿਉਂ ਸਾਸ ਬਿਨਾ, ਜੇ ਸਵਾਸ ਨਾ ਹੋਵੇ ਤਾਂ ਉਹ ਸਰੀਰ ਫਿਰ ਡੈਡ ਬੋਡੀ ਹੁੰਦਾ। ਉਹ 'ਤੇ ਇੱਕ ਲੋਥ ਹੁੰਦੀ ਹੈ, ਉਹ 'ਤੇ ਮੁਰਦਾ ਹੁੰਦਾ ਹੈ। ਜਿਵੇਂ ਸਵਾਸਾਂ ਤੋਂ ਬਿਨਾਂ ਇਹ ਸਰੀਰ ਮੁਰਦਾ ਹੈ, ਇਸ ਤਰ੍ਹਾਂ ਗੁਣਾਂ ਤੋਂ ਬਿਨਾਂ ਵੀ ਮਨੁੱਖ ਥੋਥਾ ਹੁੰਦਾ ਹੈ। ਇਸ ਲਈ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਇਹ ਅੰਦਰੋਂ ਥੋਥਾ ਹੁੰਦਾ। ਇਹ ਐਂ ਸਮਝੋ ਜਿਵੇਂ ਕਿਸੇ ਸਰੀਰ 'ਚ ਸਾਹ ਨਾ ਹੋਣ ਅਤੇ ਫਿਰ ਉਹ ਸਰੀਰ ਜਿਹੜਾ ਲੋਥ ਹੁੰਦਾ, ਡੈਡ ਬੋਡੀ ਹੁੰਦਾ ਹੈ, ਇਸ ਤਰ੍ਹਾਂ ਨਿੰਦਕ ਹੁੰਦਾ ਹੈ। ਸੰਤ ਕੇ ਦੋਖੀ ਕੀ ਜੜ ਕਿਛ ਨਾ ਹੈ। ਹੁਣ ਮੰਨ ਲਓ ਦਰਖਤ ਦੀ ਜੜ ਹੀ ਨਹੀਂ ਤੇ ਸੁੱਕ ਜਾਏਗਾ ਇੱਕ ਦਿਨ। ਇਹ ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਇਹਦੀ ਜੜ ਨਹੀਂ ਹੁੰਦੀ, ਇਸ ਲਈ ਇਹ ਕੁਝ ਸਮੇਂ ਬਾਅਦ ਹੀ ਬਰਬਾਦ ਹੋ ਜਾਂਦਾ ਹੈ।
ਜਿਵੇਂ ਕਿਸੇ ਦਰਖਤ ਦੀ ਜੜ ਨਾ ਹੋਵੇ ਤਾਂ ਕੁਝ ਦਿਨਾਂ ਬਾਅਦ ਉਹ ਸੁੱਕ ਸੜ ਜਾਂਦਾ ਹੈ। ਇਸਤਰੀ ਦੁਖੀ ਹੈ, ਇਹਦੀ ਕੋਈ ਜੜ ਨਹੀਂ ਹੁੰਦੀ। ਪਾਪ ਪਰਮਾਤਮਾ ਨੂੰ ਪਸੰਦ ਨਹੀਂ ਕਰਦਾ ਹੈਗਾ। ਜਿਵੇਂ ਕਹਿੰਦੇ ਫਲਾਣੇ ਦੀ ਜੜ ਪੱਟੀ ਗਈ ਹੈ, ਇਸ ਤਰ੍ਹਾਂ ਫਿਰ ਇਹਨਾਂ ਦੀ ਜੜ ਨਹੀਂ ਹੁੰਦੀ ਹੈ। ਜੜ ਤੋਂ ਬਿਨਾਂ ਹਰਿਆ ਭਰਿਆ ਕੋਈ ਨਹੀਂ ਹੋ ਸਕਦਾ। ਇਸ ਲਈ ਇਹਨਾਂ ਦੇ ਜੀਵਨ 'ਚ ਖੁਸ਼ੀ ਕੋਈ ਨਹੀਂ ਹੁੰਦੀ। ਕਿਉਂ ਜੜ ਹੋਵੇਗੀ, ਪੱਤੇ ਹੋਣਗੇ, ਟਹਿਣੀਆਂ ਹੋਣਗੀਆਂ, ਫੁੱਲ ਹੋਣਗੇ, ਫਲ ਹੋਣਗੇ। ਜੇ ਜੜ ਹੀ ਨਹੀਂ ਹੈਗੀ ਤਾਂ ਫਿਰ ਬੂਟਾ ਕੁਮਲਾ ਜਾਂਦਾ ਹੈ, ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਹੈ। ਇਸ ਤਰ੍ਹਾਂ ਸੰਤਾਂ ਦਾ ਜਿਹੜਾ ਨਿੰਦਕ ਹੈ, ਐ ਸਮਝ ਇਹਦੀ ਜੜ ਹੀ ਨਹੀਂ ਹੁੰਦੀ। ਆਪਨ ਬੀਜ ਆਪੇ ਹੀ ਖਾਏ, ਉਹ ਜੇ ਆਪ ਬੀਜਦੇ ਨੇ ਫਿਰ ਆਪੇ ਹੀ ਖਾਂਦੇ ਨੇ। ਆਪਨ ਬੀਜ ਆਪੇ ਹੀ ਖਾਏ, ਉਹ ਆਪ ਬੀਜ ਕੇ ਆਪ ਹੀ ਖਾਂਦਾ ਹੈ। ਭਾਵ ਮਨੁੱਖ ਕਰਮ ਕਰਦਾ ਹੈ, ਫਿਰ ਉਹਨਾਂ ਦਾ ਫਲ ਭੋਗਦਾ ਹੈ। ਇਹ ਸਾਰੇ ਧਰਮਾਂ 'ਚ ਲਿਖਿਆ ਹੋਇਆ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੇ ਕਰਮ ਭੋਗਣੇ ਪੈਂਦੇ ਹਨ। ਸਭ ਤੋਂ ਪਹਿਲਾਂ ਬਾਈਬਲ ਨੇ ਕਿਹਾ, ਐ ਯੂ ਸੋ ਸ਼ੈਲ ਯੂ ਰੀਪ। ਸੋ ਦਾ ਬੀਜਣਾ, ਜਿਹੋ ਜਿਹਾ ਤੁਸੀਂ ਬੀਜੋਗੇ ਉਹੋ ਜਿਹੀ ਵੱਢੋਗੇ। ਹਿੰਦੀ ਵਾਲੇ ਕਹਿੰਦੇ ਬੋਏ ਪੇੜ ਬਬੂਲ ਕੇ ਆਮ ਕਹਾਂ ਤੇ ਖਾਏ। ਵੀ ਕਿੱਕਰ ਬੀਜ ਰਹੇ ਅੰਬ ਕਿੱਥੋਂ ਖਾਏਗਾ। ਗੁਰਬਾਣੀ ਲਿਖਿਆ, ਲੋੜ ਹੈ ਦਾਖ ਬਜੌਰੀਆਂ ਕਿੱਕਰ ਬੀਜੈ ਜੱਟ। ਜੱਟ ਬੀਜ ਦੇ ਕਿੱਕਰ ਹੈ ਅਤੇ ਦਾਖਾਂ ਖਾਣਾ ਚਾਹੁੰਦਾ। ਵੀ ਐਂ ਕਿਵੇਂ ਹੋ ਸਕਦਾ ਵੀ। ਮਨੁੱਖ ਮਾੜੇ ਕੰਮ ਕਰਕੇ ਚੰਗੇ ਨਤੀਜੇ ਭਾਲਦਾ, ਇਹ ਨਹੀਂ ਹੋ ਸਕਦਾ। ਗੁਰਬਾਣੀ ਕਹਿੰਦੇ ਮੰਦੇ ਕੰਮੀ ਨਾਨਕਾ ਜਦ ਕਦ ਮੰਦਾ ਹੋਏ। ਮੰਦੇ ਕੰਮਾਂ ਦਾ ਨਤੀਜਾ ਸੂਨਰ ਲੇਟਰ ਮੰਦਾ ਨਿਕਲਣਾ ਹੁੰਦਾ ਹੈ। ਇਸ ਲਈ ਇਹ ਜਿਹੜੇ ਨਿੰਦਕ ਨੇ, ਇਹ ਨਿੰਦਿਆ ਦਾ ਬੀਜ ਬੀਜਦੇ ਨੇ ਅਤੇ ਫਿਰ ਵੱਢਦੇ ਵੀ ਆਪ ਹੀ ਨੇ ਉਸਨੂੰ। ਸੋ ਜਿਹੋ ਜਿਹਾ ਕੋਈ ਬੀਜ ਬੀਜਦਾ, ਉਹੋ ਜਿਹੇ ਉਸਨੂੰ ਫਲ ਲੱਗਣਾ ਹੁੰਦਾ ਹੈ। ਸੰਤ ਕੇ ਦੋਖੀ ਕੋ ਅਵਰ ਨਾ ਰਾਖਣ ਹਾਰ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ, ਇਹਦੀ ਕੋਈ ਰੱਖਿਆ ਨਹੀਂ ਕਰਦਾ। ਇਹਦੀ ਰੱਖਿਆ ਕਰਨ ਵਾਲਾ ਹੁੰਦਾ ਹੀ ਕੋਈ ਨਹੀਂ। ਕਿਉਂ ਨਹੀਂ ਤਾਂ ਕਿਸੇ ਨਾ ਕਿਸੇ ਦੀ ਕੋਈ ਰੱਖਿਆ ਕਰਨ ਵਾਲਾ ਹੁੰਦਾ ਹੈ। ਸੰਤ ਦਾ ਜਿਹੜਾ ਨਿੰਦਕ ਹੈ, ਇਹਦੀ ਕੋਈ ਰੱਖਿਆ ਕਰਨ ਵਾਲਾ ਨਹੀਂ ਹੁੰਦਾ ਹੈਗਾ। ਨਾਨਕ ਸੰਤ ਭਾਵੈ ਤਾਂ ਲੈ ਉਵਰ। ਹਾਂ, ਜਿਸ ਸੰਤ ਦੀ ਨਿੰਦਿਆ ਕਰ, ਜੇ ਉਹ ਸੰਤ ਚਾਹੇ ਤਾਂ ਇਹਦਾ ਭਲਾ ਹੋ ਸਕਦਾ ਹੈ। ਇਹ ਨਿੰਦਕ ਦਾ ਪਾਰ ਉਤਾਰਾ ਹੋ ਸਕਦਾ ਹੈ। ਕਿਉਂਕਿ ਸੰਤ ਜਿਹੜੇ ਨੇ ਮਨ 'ਚ ਨਹੀਂ ਰੱਖਦੇ। ਜੇ ਕੋਈ ਮੁਆਫੀ ਮੰਗੇ ਉਹਨੂੰ ਮਾਫ ਕਰ ਦਿੰਦੇ ਨੇ। ਉਹਦੇ ਕੀਤੇ ਕਰਮਾਂ ਨੂੰ ਆਪਣੇ ਮਨ 'ਚ ਨਹੀਂ ਰੱਖਦੇ ਵੀ ਇਹਨੇ ਮੇਰੇ ਨਾਲ ਐਂ ਕੀਤਾ ਸੀ, ਇਹਨੂੰ ਕੋਈ ਮੁਆਫੀ ਨਹੀਂ ਦੇਣੀ। ਜੇ ਸੰਤ ਮਹਾਤਮਾ ਚਾਹੇ ਤਾਂ ਫਿਰ ਉਹ ਨਿੰਦਕ ਦਾ ਵੀ ਪਾਰ ਉਤਾਰਾ ਕਰ ਦਿੰਦੇ ਹਨ। ਜਿਵੇਂ ਇੱਕ ਕਸਬੇ ਦੇ ਨੇੜੇ ਆ ਕੇ ਕੁਝ ਸਾਧੂਆਂ ਦੀ ਮੰਡਲੀ ਬਹਿ ਗਈ। ਉਹਨਾਂ ਨੂੰ ਪਤਾ ਲੱਗਾ ਵੀ ਜਿਸ ਕਸਬੇ ਦੇ ਕੋਲ ਅਸੀਂ ਆ ਕੇ ਬੈਠੇ ਹਾਂ, ਇਹ ਤਾਂ ਸਾਰੇ ਦੇ ਸਾਰੇ ਚੋਰ ਨੇ, ਇਹ ਤਾਂ ਨਾਸਤਕ ਨੇ, ਇਹ ਤਾਂ ਸ਼ਰਾਬੀ ਕਬਾਬੀ ਨੇ, ਇਹ ਤਾਂ ਪੁੱਠੇ ਕੰਮ ਕਰਨ ਵਾਲੇ ਹਨ। ਚਲੋ ਉਹਨਾਂ ਨੇ ਕਿਹਾ ਵੀ ਚਲੋ ਹੁਣ ਬਰਸਾਤਾਂ ਦਾ ਮੌਸਮ ਆ ਗਿਆ ਹੈ, ਅਸੀਂ ਤਾਂ ਇੱਥੇ ਹੀ ਠਹਿਰਨਾ। ਹੌਲੀ ਹੌਲੀ ਆਲੇ ਦੁਆਲੇ ਦੇ ਪਿੰਡਾਂ ਨੂੰ ਪਤਾ ਲੱਗਾ। ਉਹਨਾਂ ਨੇ ਸੰਤਾਂ ਦੀ ਸੇਵਾ ਕਰਨੀ ਸ਼ੁਰੂ ਕਰਤੀ, ਪਰ ਉਸ ਪਿੰਡ ਵਾਲਿਆਂ ਨੇ ਨਹੀਂ ਕੀਤੀ। 4 ਮਹੀਨੇ ਸੰਤ ਰਹੇ। ਜਦੋਂ ਜਾਣ ਲੱਗੇ ਤਾਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਵੀ ਸਾਰੇ ਆਲੇ ਦੁਆਲੇ ਦੇ ਪਿੰਡਾਂ ਨੇ ਸੇਵਾ ਕੀਤੀ ਹੈ ਸੰਤਾਂ ਦੀ। ਆਪਾਂ ਜਿਹੜਾ ਹੈ ਕੋਸ਼ਿਸ਼ ਕਰਦੇ ਨੇ ਇਹਦੀ ਚੀਜ਼ਾਂ ਚੱਕੀ ਲਈ ਹੈ। ਉਹਨਾਂ ਇਕੱਠ ਕੀਤਾ ਅਤੇ ਕਹਿੰਦੇ ਭਾਈ ਉਹ ਜਾਣ ਲੱਗੇ ਨੇ, ਚਲੋ ਆਪਣੇ ਜੋ ਕੋਈ ਤਾਂ ਜਾਓ, ਕੋਈ ਸੇਵਾ ਕਰ ਲਓ। ਜਿਹੜਾ ਉਹਨਾਂ ਦਾ ਮੁਖੀਆ ਸੀ, ਚੋਰਾਂ ਦਾ ਮੁਖੀਆ, ਉਹਨੂੰ ਕਹਤਾ ਵੀ ਤੂੰ ਜਾ। ਸੰਤ ਜਿੱਥੇ ਜਾਣਗੇ ਉਹਨਾਂ ਦਾ ਸਮਾਨ ਚੱਕ ਕੇ ਉਸ ਪਿੰਡ ਤੱਕ ਤੂੰ ਪਹੁੰਚਾ ਦੇ। ਵੀ ਬਥੇਰੀ ਆਪਣੀ ਬਦਨਾਮੀ ਪਿੰਡ ਦੀ ਹੋ ਗਈ ਹੈ ਵੀ ਇਹ ਪਿੰਡ ਦੇ ਨਾਸਤਕ ਨੇ, ਚੋਰ ਨੇ, ਇਹ ਸੰਤਾਂ ਦੀ ਕੋਈ ਸੇਵਾ ਨਹੀਂ ਕਰਦੇ। ਉਹਨੂੰ ਭੇਜਦਾ। ਉਹ ਸੰਤਾਂ ਨੂੰ ਕਹਿੰਦਾ, ਲਿਓ ਜੀ ਮੈਂ ਤੁਹਾਡਾ ਸਮਾਨ ਛੱਡ ਆਉਣਾ ਜਿੱਥੇ ਤੁਸੀਂ ਜਾਣਾ।
ਉਹ ਕਹਿੰਦੇ ਨਹੀਂ ਪਏ ਰਹਿਣ ਤੇ ਅਸੀਂ ਆਪੇ ਲੈ ਜਾਵਾਂਗੇ। ਨਹੀਂ, ਕਹਿੰਦਾ ਮੈਂ ਛੱਡ ਕੇ ਆਉਣਾ ਜੀ, ਮੈਂ ਤੁਹਾਡੇ ਨਾਲ ਜਾਵਾਂਗਾ ਬਸ। ਉਹਨੇ ਸਮਾਨ ਉਹਨਾਂ ਦੇ ਚੱਕ ਲਿਆ ਸਿਰ 'ਤੇ ਸੰਤਾਂ ਦੇ ਨਾਲ ਤੁਰ ਪਿਆ ਹੈ, ਪਰ ਗੱਲਬਾਤ ਕੋਈ ਨਹੀਂ ਕਰਦਾ। ਸਾਧੂ ਨੇ ਸੋਚਿਆ ਵੀ ਚਲੋ ਇੱਕ ਤਾਂ ਸੇਵਾ ਕਰਨ ਲੱਗਾ, ਘੱਟ ਤੋਂ ਘੱਟ ਇਹਨੂੰ ਹੀ ਸੁਧਾਰ ਦਈਏ ਵੀ ਚੱਲ ਇੱਕ ਤਾਂ ਪਿੰਡ 'ਚੋਂ ਆਇਆ ਨਾ, ਭਾਵੇਂ ਖੀਰਲੇ ਦੇਣ ਹੀ ਆਇਆ ਹੈ, ਇਹ ਸਾਡਾ ਸਮਾਨ ਚੱਕ ਕੇ ਲਿਜਾ ਰਿਹਾ ਹੈ, ਚਲੋ ਇਹਦੇ ਹੀ ਭਲਾ ਕਰ ਦਈਏ। ਉਹਨੂੰ ਕਹਿੰਦੇ ਭਾਈ ਤੂੰ ਕੀ ਕੰਮ ਕਰਦਾ? ਕਹਿੰਦਾ ਜੀ ਮੈਂ ਤਾਂ ਚੋਰੀਆਂ ਕਰਦਾ। ਯਾਰੀਆਂ ਵੀ ਕਰਦਾ? ਕਹਿੰਦਾ ਹਾਂ ਜੀ ਉਹ ਵੀ ਕਰਦਾ। ਬਦਮਾਸ਼ੀ ਜਿਹਨੂੰ ਕਹਿੰਦੇ, ਜਿਹੜੇ ਯਾਰ ਉਹਨੂੰ ਕਹਿੰਦੇ ਬਦਮਾਸ਼। ਚੋਰੀਆਂ ਕਰਦਾ? ਕਹਿੰਦਾ ਹਾਂ ਜੀ ਕਰਦਾ ਜੀ। ਯਾਰੀ ਵੀ ਕਰਦਾ? ਕਹਿੰਦਾ ਹਾਂ ਜੀ ਕਰਦਾ ਜੀ। ਕਹਿੰਦੇ ਸ਼ਰਾਬ ਵੀ ਪੀਨਾ? ਕਹਿੰਦਾ ਹਾਂ ਜੀ ਪੀਨਾ ਜੀ। ਮੀਟ ਵੀ ਖਾਣਾ? ਕਹਿੰਦਾ ਹਾਂ ਜੀ ਮੀਟ ਵੀ ਖਾਣਾ ਜੀ। ਉਹ ਕਹਿੰਦੇ ਵੀ ਤੂੰ ਸਾਡਾ ਸਮਾਨ ਚੱਕਿਆ ਹੈ, ਅਸੀਂ ਸਾਰਾ ਕੁਝ ਤਾਂ ਤੇਰੇ ਤੋਂ ਨਹੀਂ ਛਡਾਉਣਾ, ਕਿਉਂਕਿ ਤੈਨੂੰ ਸਾਰੀ ਉਮਰ ਹੋ ਗਈ ਕੰਮ ਕਰਦਿਆਂ ਹੋਇਆਂ, ਅਸੀਂ ਤਾਂ ਬਸ ਥੋੜ੍ਹਾ ਜਿਹਾ ਤੇਰੇ ਤੋਂ ਛਡਾਉਣਾ ਹੈ। ਕਹਿੰਦੇ ਅਸੀਂ ਇਹ ਨਹੀਂ ਕਹਿੰਦੇ ਵੀ ਤੂੰ ਚੋਰੀ ਨਾ ਕਰਿਆ ਕਰ, ਤੂੰ ਚੋਰੀ ਭਾਵੇਂ ਕਰ, ਪਰ ਗਰੀਬ ਦੇ ਘਰ ਚੋਰੀ ਨਹੀਂ ਕਰਨੀ। ਉਹ ਕਹਿੰਦਾ ਮੈਂ ਕਦੇ ਗਰੀਬ ਦੇ ਘਰ ਨਹੀਂ ਚੋਰੀ ਕੀਤੀ, ਮੈਂ ਚੋਰੀ ਕਰਦਾ ਅਮੀਰਾਂ ਦੇ ਘਰ ਕਰਦਾ। ਨੰਬਰ 1 ਕਹਿੰਦੇ ਗਰੀਬ ਦੀ ਚੋਰੀ ਨਹੀਂ ਕਰਨੀ। ਨੰਬਰ 2 ਕਹਿੰਦੇ ਜਿਸ ਘਰ ਦਾ ਲੂਣ ਖਾ ਲੈਣਾ ਉਸ ਘਰ 'ਚੋਂ ਵੀ ਚੋਰੀ ਨਹੀਂ ਕਰਨੀ। ਕਹਿੰਦੇ ਠੀਕ ਹੈ ਮਨਜ਼ੂਰ ਹੈ ਜੀ। ਬਾਕੀ ਭਾਵੇਂ ਕਹਿੰਦੇ ਚੋਰੀਆਂ ਕਰੀ ਜਾ, ਅਸੀਂ ਨਹੀਂ ਤੈਨੂੰ ਰੋਕਦੇ, ਕਿਉਂਕਿ ਇੱਕ ਢੰਗ ਤਰੀਕਾ ਹੁੰਦਾ ਕਿਸੇ ਨੂੰ ਬਦਲਣ ਦਾ। ਉਹਨਾਂ ਨੇ ਇੱਕ ਗੱਲ ਛਡਾਤੀ ਕਿ ਭਾਈ ਤੂੰ ਗਰੀਬ ਦੇ ਘਰ ਚੋਰੀ ਨਹੀਂ ਕਰਨੀ। ਕਹੇ ਜੀ ਨਹੀਂ ਕਰਦਾ। ਅੱਛਾ ਜੇ ਕਿਸੇ ਦਾ ਤੂੰ ਲੂਣ ਖਾ ਲੈ ਨਾ, ਉਹਦੇ ਘਰ ਦੀ ਚੋਰੀ ਵੀ ਨਹੀਂ ਕਰਨੀ। ਕਹਿੰਦਾ ਚੰਗਾ ਜੀ। ਅੱਛਾ ਤੂੰ ਫਿਰ ਕਿਹੜੇ ਜਾਨਵਰ ਦਾ ਮੀਟ ਨਹੀਂ ਖਾਂਦਾ? ਕਹੇ ਮੈਂ ਤਾਂ ਸਾਰੇ ਜਾਨਵਰ ਦਾ ਖਾਂਦਾ। ਅੱਛਾ ਫਿਰ ਕਿਸੇ ਇੱਕ ਜਾਨਵਰ ਦਾ ਛੱਡ ਦੇ, ਬਾਕੀ ਤਾਂ ਖਾਈ ਜਾ ਕਰ। ਬੋਲ ਕੇ ਤਾਂ ਛੱਡ। ਕਹੇ ਜੀ ਮੈਂ ਕਾਂ ਦਾ ਛੱਡਿਆ। ਕਿਹਾ ਠੀਕ ਹੈ, ਤੂੰ ਅੱਗੇ ਤੋਂ ਕਾਂ ਦਾ ਮੀਟ ਨਹੀਂ ਖਾਣਾ। ਸ਼ਰਾਬ ਪੀਣਾ? ਕਹਿੰਦੇ ਹਾਂ ਜੀ ਪੀਣਾ। ਕਹੇ ਤੂੰ ਇਸ ਤਰ੍ਹਾਂ ਕਰੀਂ, ਇੱਕ ਸੰਗਰਾਂਦ, ਇੱਕ 10ਵੀਂ ਵਾਲੇ ਦਿਨ, ਇੱਕ ਇਕਾਦਸ਼ੀ, ਮੱਸਿਆ, ਪੂਰਨਮਾਸ਼ੀ ਅਤੇ ਜਿਹੜੇ ਪੀਰ ਪੈਗੰਬਰ ਹੋਏ ਨੇ ਉਹਨਾਂ ਦਾ ਜਦੋਂ ਜਨਮ ਦਿਨ ਆਵੇ ਨਾ, ਸ਼ੁਭ ਦਿਹਾੜਾ, ਉਦੋਂ ਸ਼ਰਾਬ ਨਹੀਂ ਪੀਣੀ, ਬਾਕੀ ਪੀ ਵੀ ਜਾਈ, ਅਸੀਂ ਨਹੀਂ ਤੇ ਰੋਕਦੇ। ਮਨਜ਼ੂਰ ਹੈ? ਕਹਿੰਦਾ ਠੀਕ ਹੈ ਜੀ, ਮੈਂ ਇਹਨਾਂ ਦਿਨਾਂ 'ਚ ਨਹੀਂ ਪੀਆਂਗਾ, ਬਾਕੀ ਪੀਂਦਾ ਰਹਾਂਗਾ। ਚਲੋ ਐਂ ਹੀ ਕਰਦੇ ਜਾਂਦੇ ਨੇ। ਇਹਨੇ ਚਿਰ ਨੂੰ ਅਗਲੇ ਪਿੰਡ ਆ ਗਏ। ਅਗਲਾ ਪਿੰਡ ਆ ਗਿਆ ਅਤੇ ਉਹ ਸਮਾਨ ਰੱਖਿਆ ਅਤੇ ਵਾਪਸ ਚਲਿਆ ਗਿਆ। ਵਾਪਸ ਜੇ ਪਿੰਡ ਵਾਲੇ ਕਹਿੰਦੇ ਵੀ ਕੀ ਕੀਤਾ? ਕਹਿੰਦੇ ਵੀ ਆਹ ਮੇਰੇ ਨਾਲ ਹੋਈ ਗੱਲ। ਚਲੋ ਕਿ ਠੀਕ ਹੈ, ਚੱਲ ਤੇਰੇ ਤੋਂ ਸਾਰਾ ਕੁਛ ਤਾਂ ਛਡਾਇਆ, ਚੋਰੀ ਵੀ ਤੈਨੂੰ ਕਿਹਾ ਕਰੀ ਜਾ, ਇਹਨੇ ਕਿਹਾ ਵੀ ਗਰੀਬ ਦੇ ਨਹੀਂ ਕਰਨੀ। ਇੱਕ ਤੈਨੂੰ ਇਹ ਅਗਲੀ ਗੱਲ ਉਹਨੇ ਇੱਕ ਹੋਰ ਕਹੀ ਉਹਨੂੰ ਕਿ ਦੇਖ ਭਾਈ, 5 ਔਰਤਾਂ ਨੂੰ ਆਪਣੀ ਮਾਂ ਸਮਝਣਾ, ਰਾਜੇ ਦੀ ਘਰਵਾਲੀ ਨੂੰ ਆਪਣੀ ਮਾਂ ਸਮਝਣਾ, ਜਿਹੜਾ ਗੁਰੂ ਹੋਵੇ ਉਹਦੀ ਘਰਵਾਲੀ ਨੂੰ ਵੀ ਆਪਣੀ ਮਾਂ ਸਮਝਣਾ, ਜਿਹੜਾ ਦੋਸਤ ਦੀ ਘਰਵਾਲੀ ਹੋਵੇ ਉਹਨੂੰ ਵੀ ਆਪਣੀ ਮਾਂ ਸਮਝਣਾ। ਤੇਰੀ ਮਾਂ ਤਾਂ ਤੇਰੀ ਮਾਂ ਹੈ ਹੀ ਹੈ, ਆਪਣੀ ਸੱਸ ਨੂੰ ਵੀ ਤੂੰ ਮਾਂ ਸਮਝਣਾ ਹੈ, ਅਤੇ ਇਹ 5 ਮਾਵਾਂ ਵੱਲ ਮਾੜੀ ਨਿਗਾਹ ਨਾਲ ਨਹੀਂ ਤੱਕਣਾ। ਬਾਕੀ ਕਿ ਜੋ ਮਰਜ਼ੀ ਕਰਦਾ ਰਹੇ, ਤੂੰ ਕਹਿੰਦੇ ਮੈਂ ਯਾਰੀ ਵੀ ਕਰਦਾ। ਕਹਿੰਦੇ 5 ਦਾ ਖਿਆਲ ਰੱਖਣਾ। ਆਪ ਜਿਹੜਾ ਰਾਜਾ ਹੈ ਉਹਦੀ ਘਰਵਾਲੀ ਨਾਲ ਮੰਦੀ ਭਾਵਨਾ ਨਾਲ ਨਹੀਂ ਵੇਖਣਾ, ਮਾਂ ਸਮਝਣਾ ਨੂੰ। ਜਿਹੜਾ ਗੁਰੂ ਹੁੰਦਾ ਉਹਦੀ ਘਰਵਾਲੀ ਨੂੰ ਤੂੰ ਮਾਂ ਸਮਝਣਾ। ਜਿਹੜਾ ਦੋਸਤ ਤੇਰਾ ਹੋਏਗਾ ਉਹਦੀ ਘਰਵਾਲੀ ਨੂੰ ਤੂੰ ਮਾਂ ਸਮਝਣਾ। ਜਿਹੜੀ ਤੇਰੀ ਮਾਂ ਹੈ ਉਹਦੇ ਮਾਂ ਤੇਰੀ ਹੈ ਹੀ ਹੈ। ਅਤੇ 5ਵੀਂ ਸੱਸ ਨੂੰ ਵੀ ਆਪਣੀ ਮਾਂ ਸਮਝਣਾ। ਅਤੇ ਮਾਂ ਨਾਲ ਕਦੇ ਕੋਈ ਮਾੜਾ ਕੰਮ ਨਹੀਂ ਨਾ ਕਰਦਾ ਕਿ ਨਹੀਂ ਜੀ। ਹਾਂ
ਬਸ ਫਿਰ ਕਹਿੰਦੇ ਇਹਨਾਂ ਮਾੜਾ ਪੰਜਾਂ ਨਾਲ ਮਾੜੀ ਨਿਗਾਹ ਵੱਲ ਨਹੀਂ ਵੇਖਣਾ। ਪ੍ਰਤਿੱਗਿਆ ਕਰ ਲਈਏ ਵੀ ਮਹਾਤਮਾ ਜੀ ਇਹ ਗੱਲਾਂ ਮੈਂ ਜ਼ਰੂਰ ਮੰਨਾਂਗਾ। ਅਗਲੇ ਹੀ ਦਿਨ ਰਾਜ ਦੇ ਘਰ ਚੋਰੀ ਕਰਨ ਚਲੇ ਗਏ। ਜਿਸ ਕਮਰੇ 'ਚ ਵੜਿਆ ਉਹ ਰਾਣੀ ਦਾ ਕਮਰਾ ਸੀ। ਰਾਣੀ ਕਈ ਦਿਨਾਂ ਦੀ ਰਾਜੇ ਨਾਲ ਨਾਰਾਜ਼ ਸੀ। ਰਾਜਾ ਬੁੱਢਾ ਸੀ, ਰਾਣੀ ਜਵਾਨ ਸੀ, ਇਸ ਲਈ ਉਹਦੇ ਨਾਲ ਲੜਦੀ ਰਹਿੰਦੀ ਸੀ ਵੀ ਤੂੰ ਬੁਢਾਪੇ 'ਚ ਮੇਰੇ ਨਾਲ ਕਿਉਂ ਵਿਆਹ ਕਰਾਇਆ ਹੈ। ਉਹ ਆੜੇ ਕਮਰੇ 'ਚ ਪਈ ਹੈ, ਰਾਜਾ ਆੜੇ ਕਮਰੇ 'ਚ ਪਿਆ ਹੈ। ਜਦੋਂ ਉਹਨੇ ਦੇਖਿਆ ਵੀ ਆ ਜਿਹੜਾ ਚੋਰ ਹੈ ਬੜਾ ਸੋਹਣਾ ਸੁਨੱਖਾ ਜਵਾਨ ਹੈ ਤਾਂ ਹੈ, ਉਹਨੂੰ ਕਹਿੰਦੀ ਤੂੰ ਮੇਰਾ ਘਰ ਵਾਲਾ ਬਣ ਜਾ, ਮੈਂ ਰਾਜੇ ਨੂੰ ਛੱਡ ਦੇਣਾ, ਤੈਨੂੰ ਮੈਂ ਬਹੁਤ ਸੋਨਾ ਧਨ ਚਾਂਦੀ ਦੇਵਾਂਗੀ, ਤੂੰ ਜਿਹੜਾ ਮੇਰੇ ਨਾਲ ਵਿਆਹ ਕਰਾ ਲੈ। ਉਹ ਕਹਿੰਦਾ ਵੀ ਤੁਸੀਂ ਰਾਜੇ ਦੀ ਕੀ ਲੱਗਦੇ ਹੋ ਜੀ? ਕਿ ਮੈਂ ਉਹੀ ਤਾਂ ਰਾਜੇ ਦੀ ਰਾਣੀ ਹਾਂ। ਅਤੇ ਉਹ ਸਾਧੂਆਂ ਨੇ ਕਿਹਾ ਸੀ ਵੀ ਰਾਜੇ ਦੀ ਘਰ ਵਾਲੀ ਵੱਲ ਤੂੰ ਮਾੜੀ ਨਿਗਾਹ ਨਹੀਂ ਤੱਕਣਾ। ਉਹ ਬੜਾ ਜ਼ੋਰ ਲਾਉਂਦੀ ਰਹੀ ਤੂੰ ਮੇਰੇ ਨਾਲ ਵਿਆਹ ਕਰਾ ਲੈ ਵਿਆਹ। ਉਹ ਕਹਿੰਦਾ ਮੈਂ ਨਹੀਂ ਤੁਹਾਡੇ ਨਾਲ ਵਿਆਹ ਕਰਾਉਣਾ ਹੈ। ਜੋ ਸਮਾਨ ਬੰਨ੍ਹ ਲਿਆ, ਇਹਨੇ 'ਚ ਇਹਨੂੰ ਲੱਗੀ ਭੁੱਖ, ਉਹ ਲੱਭਣ ਲੱਗ ਗਿਆ ਕੋਈ, ਉਹ ਮਿੱਠਾ ਵੀ ਖਾਧਾ, ਉਹ ਵਿੱਚ ਕੋਈ ਨਮਕੀਨ ਚੀਜ਼ ਸੀ ਉਹ ਵੀ ਖਾਧੀ ਗਈ। ਉਹਨੇ ਕਿਹਾ ਉਹ ਵੀ ਮਹਾਤਮਾ ਨੇ ਕਿਹਾ ਸੀ ਜੇ ਕਿਤੇ ਲੂਣ ਖਾਈਏ ਨਾ ਉਹਦੇ ਘਰ ਚੋਰੀ ਨਹੀਂ ਕਰਨੀ। ਇਸ ਲਈ ਉਹਨੇ ਸਾਰਾ ਬੰਨਿਆ ਹੋਇਆ ਸਮਾਨ ਉੱਥੇ ਹੀ ਛੱਡਤਾ ਅਤੇ ਆਪ ਬਾਹਰ ਨਿਕਲ ਗਿਆ ਹੈ। ਰਾਜਾ ਵੀ ਕੁਦਰਤੀ ਜਾਗਦਾ ਸੀ ਉਸ ਵੇਲੇ ਆਪਣੇ ਕਮਰੇ 'ਚ। ਉਹਨੇ ਰਾਣੀ ਕੀ ਕਹਿੰਦੀ ਸੀ ਉਹਨੂੰ, ਉਹਨਾਂ ਦੀ ਆਪਸ ਵਿੱਚ ਗੱਲਬਾਤ ਸੁਣ ਲਈ। ਹੁਣ ਦੇਖਿਆ ਵੀ ਚੋਰ ਦਾ ਕਿੰਨਾ ਅੱਛਾ ਚਾਲ ਚੱਲਣਾ ਹੈ ਵੀ ਮੇਰੀ ਘਰ ਵਾਲੀ ਨੂੰ ਵਾਰੀ ਵਾਰੀ ਕਹਿ ਰਹੀ ਤੂੰ ਮੇਰੇ ਨਾਲ ਵਿਆਹ ਕਰਾ ਲੈ, ਮੈਂ ਰਾਜੇ ਨੂੰ ਛੱਡ ਦੇਣਾ ਹੈ, ਮੈਂ ਤੈਨੂੰ ਬਹੁਤ ਸੋਨਾ ਚਾਂਦੀ ਧਨ ਦੇਵਾਂਗੇ, ਪਰ ਉਹ ਨਹੀਂ ਮੰਨਿਆ। ਕਹਿੰਦਾ ਵੀ ਨਹੀਂ ਮੈਂ ਨਹੀਂ ਵਿਆਹ ਕਰਾਉਣਾ। ਰਾਜਾ ਸਵੇਰੇ ਉੱਠਿਆ, ਵੇਖਦਾ ਵੀ ਚੋਰ ਜਿਹੜਾ ਰਾਤੀ ਆਇਆ ਸੀ ਉਹ ਸਮਾਨ ਵੀ ਕੋਈ ਨਹੀਂ ਲੈ ਕੇ ਬੰਨ੍ਹ ਕੇ ਤੇ ਗੱਠਣੇ ਰੱਖ ਗਿਆ ਹੈ। ਉਹਨੇ ਢਿੰਡੋਰਾ ਪਿੱਟਤਾ ਸ਼ਹਿਰ 'ਚ ਵੀ ਜਿਹੜਾ ਰਾਤੀ ਮੇਰੇ ਘਰ ਚੋਰੀ ਕਰਨ ਆਇਆ ਸੀ ਉਹ ਚੋਰ ਨੂੰ ਬੇਨਤੀ ਹੈ ਵੀ ਉਹ ਮੇਰੇ ਕੋਲ ਆਓ, ਮੈਨੂੰ ਬਹੁਤ ਸਾਰਾ ਇਨਾਮ ਦੇਣਾ ਹੈ। ਉਹ ਢਿੰਡੋਰਾ ਸੁਣ ਕੇ ਆ ਗਿਆ ਰਾਜੇ ਕੋਲ। ਰਾਜਾ ਕਹਿੰਦਾ ਵੀ ਤੂੰ ਚੋਰੀ ਕਰਨ ਆਇਆ ਸੀ, ਤੂੰ ਸਮਾਨ ਵੀ ਬੰਨ੍ਹ ਲਿਆ, ਇਹ ਤੂੰ ਲੈ ਕੇ ਕਿਉਂ ਨਹੀਂ ਗਿਆ? ਉਹ ਕਹਿੰਦਾ ਜੀ ਜਿੰਨਾ ਮਹਾਤਮਾ ਦੀ ਮੈਂ ਇੱਕ ਦਿਨ ਸੰਗਤ ਕੀਤੀ ਹੈ ਨਾ, ਉਹਨਾਂ ਮੈਨੂੰ ਕਿਹਾ ਸੀ ਵੀ ਜਿਸ ਦਾ ਤੂੰ ਲੂਣ ਖਾਏ ਉਹਦੇ ਘਰ ਚੋਰੀ ਨਹੀਂ ਕਰਨੀ। ਮੈਨੂੰ ਲੱਗੀ ਸੀ ਭੁੱਖ, ਮੈਂ ਤੁਹਾਡੇ ਮਿੱਠੇ ਪਦਾਰਥ ਵੀ ਖਾਧੇ, ਫਿਰ ਮੈਂ ਜੇ ਖਾਣ ਲੱਗਾ ਦੂਜੇ ਨਮਕੀਨ ਪਦਾਰਥ ਸੀ ਉਹ ਵੀ ਮੈਂ ਖਾ ਲਿਆ। ਫਿਰ ਮੈਨੂੰ ਖਿਆਲ ਹੈ ਵੀ ਉਹ ਮੈਂ ਤੇ ਰਾਜੇ ਦਾ ਲੂਣ ਖਾ ਲਿਆ, ਹੁਣ ਮੈਂ ਇਹ ਚੋਰੀ ਦਾ ਮਾਲ ਨਹੀਂ ਲੈ ਕੇ ਜਾਣਾ, ਇਸ ਲਈ ਰਾਜੇ ਨੂੰ ਮੈਂ ਇੱਥੇ ਛੱਡ ਗਿਆ। ਰਾਜਾ ਕਹਿੰਦਾ ਬੰਦਾ ਤਾਂ ਕਮਾਲ ਦਾ ਹੈ ਵੀ ਕਿੰਨਾ ਚਾਲ ਚੱਲਣ ਉੱਚਾ ਹੈ ਵੀ ਮੇਰੀ ਘਰ ਵਾਲੀ ਉਸ ਨੂੰ ਕਹਿ ਰਹੀ ਹੈ ਵੀ ਤੂੰ ਮੇਰੇ ਨਾਲ ਵਿਆਹ ਕਰ ਲੈ, ਤੂੰ ਜਵਾਨ ਹੈ, ਇਹ ਰਾਜ ਤੇ ਬੁੱਢਾ ਹੈ, ਮੈਂ ਤੈਨੂੰ ਧਨ ਦੌਲਤ ਵੀ ਦੇਵਾਂਗਾ, ਪਰ ਇਹ ਨਹੀਂ ਡੋਲਿਆ। ਫਿਰ ਇੰਨਾ ਧਨ ਦੌਲਤ ਇਕੱਠਾ ਕਰ ਲਿਆ ਤੇ ਲੈ ਕੇ ਨਹੀਂ ਗਿਆ। ਉਹਨੇ ਆਪਣੇ ਮੰਤਰੀ ਸੱਦੇ, ਕਹਿੰਦੇ ਬਈ ਮੈਂ ਇਸ ਨੂੰ ਆਪਣਾ ਬਣਾਉਣਾ ਪੁੱਤਰ, ਠੀਕ ਹੈ, ਮੇਰਾ ਪੁੱਤਰ ਬਣਾਉਣਾ ਵੀ ਬੰਦਾ ਬੜਾ ਵਧੀਆ ਹੈ, ਠੀਕ ਹੈ, ਭਾਵੇਂ ਚੋਰੀਆਂ ਕਰਦਾ ਸੀ ਪਰ ਇਹ ਕਮਾਲ ਦਾ ਆਦਮੀ, ਮੈਂ ਇਹਨੂੰ ਆਪਣਾ ਪੁੱਤਰ ਬਣਾ ਕੇ ਰਾਜ ਭਾਗ ਇਹਨੂੰ ਦੇਣਾ ਅਤੇ ਆਪ ਮੈਂ ਭਜਨ ਬੰਦਗੀ ਕਰਨੀ। ਮੰਤਰੀ ਵੀ ਧਾਰਮਿਕ ਸਨ, ਉਹ ਸਹਿਮਤ ਹੋ ਗਏ ਵੀ ਕੋਈ ਨਹੀਂ ਰਾਜ ਭਾਗ ਦੇ ਦਿਓ। ਉਸ ਨੇ ਉਹਨੇ ਰਾਜ ਭਾਗ ਜਿਹੜਾ ਹੈ ਉਸ ਮੁੰਡੇ ਨੂੰ ਦਿੱਤਾ, ਚੋਰ ਰਾਜਾ ਬਣਾਤਾ, ਚੋਰ ਰਾਜਾ ਬਣਾਤਾ। ਹੁਣ ਕਿਉਂਕਿ ਉਹ ਧਰਮਾਤਮਾ ਬੰਦਾ ਹੋ ਗਿਆ, ਇਸ ਲਈ ਜਿਹੜੇ ਮੰਤਰੀ ਸਨ ਉਹ ਧਰਮਾਤਮਾ ਸਨ ਪਹਿਲਾਂ ਹੀ, ਇਸ ਲਈ ਰਾਜ ਭਾਗ ਬਹੁਤ ਵਧੀਆ ਚੱਲਿਆ, ਲੋਕ ਬੜੇ ਸੁਖੀ ਹੋ ਗਏ। ਲੋਕ ਕਹਿੰਦੇ ਵੀ ਆਹ ਜਿਹੜਾ ਨਵਾਂ ਰਾਜਾ ਬਣਿਆ ਹੈ ਮੁੰਡਾ, ਇਹ ਬਹੁਤ ਵਧੀਆ ਰਾਜਾ ਹੈ, ਪ੍ਰਜਾ ਦੇ ਦੁੱਖ ਸੁੱਖ 'ਚ ਸ਼ਾਮਲ ਹੁੰਦਾ ਹੈ।
ਕੁਝ ਸਾਲਾਂ ਬਾਅਦ ਉਹ ਜਿਹੜਾ ਰਾਜਾ ਬਣਿਆ ਸੀ ਉਹ ਹੋ ਗਿਆ ਬਿਮਾਰ। ਜਿਹੜੇ ਸਨ ਵੈਦ ਉਹ ਕਹਿੰਦੇ ਵੀ ਇਹ ਕਾਂ ਦਾ ਮਾਸ ਖਾਵੇ ਨਾ ਤਾਂ ਇਹ ਤੰਦਰੁਸਤ ਹੋ ਸਕਦਾ। ਉਹ ਕਹਿੰਦਾ ਵੀ ਮੈਂ ਨਹੀਂ ਕਾਂ ਦਾ ਮਾਸ ਖਾਣਾ, ਹੋਰ ਜਿਹੜਾ ਮਰਜ਼ੀ ਮੈਨੂੰ ਮਾਸ ਖਵਾ ਦਿਓ, ਮੈਂ ਮਹਾਂਪੁਰਖਾਂ ਨੇ ਪ੍ਰਤਿੱਗਿਆ ਕੀਤੀ ਹੈ ਕਿ ਕਾਂ ਦਾ ਮਾਸ ਮੈਂ ਨਹੀਂ ਖਾਵਾਂਗਾ, ਇਸ ਲਈ ਮੈਨੂੰ ਮਰ ਜਾਣਾ ਮਨਜ਼ੂਰ ਹੈ, ਪਰ ਮੈਂ ਕਾਂ ਦਾ ਮਾਸ ਨਹੀਂ ਖਾਵਾਂਗਾ। ਉਹ ਜਿਹੜੇ ਸੰਤ ਮੰਡਲੀ ਸੀ ਹੌਲੀ ਹੌਲੀ ਉਹਨਾਂ ਨੂੰ ਵੀ ਪਤਾ ਲੱਗ ਗਿਆ, ਉਹ ਵੀ ਆ ਗਏ। ਇੰਨੇ ਚਿਰ ਨੂੰ ਜਿਹੜਾ ਰਾਜਾ ਬਣਿਆ ਸੀ ਨਵਾਂ, ਇਹਨੇ ਸਾਰੇ ਆਪਣੇ ਪਿੰਡ ਦੇ ਲੋਕ ਸੱਦ ਲਏ, ਆਪਣੇ ਕੋਲ ਨੌਕਰ ਰੱਖ ਲਏ, ਅਤੇ ਉਹਨਾਂ ਸਾਰਿਆਂ ਨੂੰ ਚੋਰੀਆਂ ਤੋਂ ਹਟਾ ਕੇ ਵਧੀਆ ਕੰਮਾਂ 'ਤੇ ਲਾਤਾ। ਉਹ ਭਜਨਬੰਦੀ ਕਰਨ ਲੱਗ ਪਏ। ਇੰਨੇ ਚਿਰ ਨੂੰ ਸਾਧੂ ਵੀ ਆ ਗਏ। ਸਾਧੂ ਪੁੱਛਦੇ ਵੀ ਕੀ ਹਾਲ ਚਾਲ ਹੈ ਭਾਈ ਤੇਰਾ? ਕਹਿੰਦੇ ਜੀ ਇਹ ਕਹਿੰਦੇ ਨੇ ਤੂੰ ਕਾਂ ਦਾ ਮਾਸ ਖਾ, ਫਿਰ ਤੂੰ ਬਚ ਸਕਦਾ। ਮੈਂ ਕਿਹਾ ਵੀ ਨਹੀਂ, ਮੈਂ ਪ੍ਰਤਿੱਗਿਆ ਕੀਤੀ ਹੈ, ਮੈਂ ਕਾਂ ਦਾ ਮਾਸ ਨਹੀਂ ਖਾਣਾ। ਸਾਧੂਆਂ ਨੇ ਸੋਚਿਆ ਵੀ ਤਾਂ ਬਹੁਤ ਬੰਦਾ ਸੁਧਰ ਗਿਆ ਹੈ, ਇਹਨੇ ਸਾਰਾ ਪਿੰਡ ਵੀ ਸੁਧਾਰ ਲਿਆ ਹੈ, ਲੋਕ ਵੀ ਇਸ ਨੂੰ ਬੜਾ ਵਧੀਆ ਰਾਜਾ ਕਹਿੰਦੇ ਨੇ, ਹੁਣ ਤਾਂ ਬਿਲਕੁਲ ਬਦਲ ਗਿਆ, ਸਾਧ ਬਣ ਗਿਆ, ਇਹਦੀ ਜ਼ਰੂਰ ਸਹਾਇਤਾ ਕਰਨੀ ਚਾਹੀਦੀ ਹੈ। ਉਹਨਾਂ ਕੋਲ ਦਵਾਈ ਸੀ, ਉਹਨਾਂ ਦਵਾਈ ਦਿੱਤੀ, ਨਾਲੇ ਅਸੀਸ ਦਿੱਤੀ, ਉਹ ਜਿਹੜਾ ਹੈ ਤੰਦਰੁਸਤ ਹੋ ਗਿਆ। ਉਸ ਨੇ ਫਿਰ ਰਾਜੇ ਨੂੰ ਅਤੇ ਉਹਦੀ ਘਰਵਾਲੀ ਨੂੰ ਸਮਝਾਇਆ ਕਿ ਤੁਸੀਂ ਆਪਸ 'ਚ ਨਾ ਲੜਿਆ ਕਰੋ, ਤੁਸੀਂ ਪ੍ਰੇਮ ਨਾਲ ਰਹੋ, ਤੁਸੀਂ ਵੀ ਭਜਨ ਬੰਦਗੀ ਕਰੋ, ਆਪਣਾ ਜੀਵਨ ਸਫਲਾ ਕਰ ਲਓ। ਰਾਜਾ ਰਾਣੀ ਦੇ ਆਪਸ ਵਿੱਚ ਸੁਲ੍ਹਾ ਕਰਾਤੀ ਉਹਨੇ। ਰਾਜਾ ਰਾਣੀ ਵੀ ਭਜਨ ਬੰਦਗੀ ਕਰਦੇ ਨੇ, ਉਹ ਆਪ ਵੀ ਕਰਦਾ, ਜਿਹੜੇ ਨਾਲੇ ਚੋਰ ਸਨ ਨਾਲ ਉਹਦੇ ਸਾਥੀ ਉਹ ਵੀ ਲਾਗੇ ਕਰਨ, ਅਤੇ ਸਾਰੇ ਲੋਕ ਵੀ ਲਾਗੇ ਕਰਨ, ਰਾਜ ਸੁਖੀ ਹੋ ਗਿਆ। ਹੁਣ ਸੰਤ ਜੇ ਚਾਹੁਣ ਹੈ ਸੀ ਨਾ, ਸੰਤ ਭਾਵੈ ਤਾਂ ਲੈ ਉਬਾਰ, ਜੇ ਸੰਤ ਚਾਹੁਣ ਤਾਂ ਨਿੰਦਕ ਦਾ ਵੀ ਭਲਾ ਕਰ ਦਿੰਦੇ, ਭੈੜੇ ਤੋਂ ਭੈੜੇ ਬੰਦੇ ਦਾ ਵੀ ਭਲਾ ਕਰ ਦਿੰਦੇ ਹਨ, ਜੇ ਸੰਤ ਚਾਹੁਣ। ਹੁਣ ਉਹਨਾਂ ਨੇ ਚਾਹਿਆ, ਉਹ ਦੇਖੋ ਉਹ ਚੋਰ ਤੋਂ ਬਦਲ ਕੇ ਸਾਧ ਬਣਾਤਾ ਹੈ, ਨਾਲੇ ਰਾਜਾ ਬਣਾਤਾ ਹੈ। ਇਸ ਲਈ ਜੇ ਸੰਤ ਚਾਹੁਣ ਤਾਂ ਨਿੰਦਕ ਦਾ ਵੀ ਭਲਾ ਹੋ ਸਕਦਾ ਹੈ। ਪਰ ਸਵਾਲ ਹੈ, ਜੇ ਨਿੰਦਕ ਮਹਾਂਪੁਰਖਾਂ ਦੀ ਗੱਲ ਮੰਨੇ ਤਾਂ ਹੀ, ਅੱਗੇ ਤੋਂ ਨਿੰਦਿਆ ਛੱਡੇ ਅਤੇ ਫਿਰ ਸਾਧੂਆਂ ਦੀ ਗੱਲ ਮੰਨੇ, ਫਿਰ ਉਸ ਦਾ ਪਾਰ ਉਤਾਰਾ ਹੋ ਸਕਦਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਨਾਨਕ ਸੰਤ ਭਾਵੈ ਤਾਂ ਲੈ ਉਬਾਰ, ਜੇ ਸੰਤ ਨੂੰ ਚੰਗਾ ਲੱਗੇ ਤਾਂ ਉਹ ਇਹ ਨਿੰਦਕਾਂ ਦਾ ਵੀ ਪਾਰ ਉਤਾਰਾ ਕਰ ਦਿੰਦਾ ਹੈ। ਸੰਤ ਕਾ ਦੋਖੀ ਇਉਂ ਬਿਲ ਲਾਏ, ਜਿਉਂ ਜਲ ਬਿਹੂਨ ਮਛਲੀ ਤੜ ਫੜਾਏ। ਸੰਤਾਂ ਦਾ ਜਿਹੜਾ ਨਿੰਦਕ ਹੈ, ਕਹਿੰਦੇ ਇਸ ਤਰ੍ਹਾਂ ਵਿਲਕਦਾ ਹੈ, ਇਸ ਤਰ੍ਹਾਂ ਰੋਂਦਾ ਪਿੜਦਾ ਹੈ, ਇਸ ਤਰ੍ਹਾਂ ਦੁਖੀ ਹੁੰਦਾ ਹੈ, ਜਿਵੇਂ ਪਾਣੀ ਤੋਂ ਬਿਨਾਂ ਮੱਛੀ ਜਿਹੜੀ ਹੈ ਤੜਫੜਾਉਂਦੀ ਹੈ। ਮੱਛੀ ਨੂੰ ਮਾਰਨ ਦੀ ਲੋੜ ਨਹੀਂ, ਮੱਛੀ ਨੂੰ ਤੁਸੀਂ ਪਾਣੀ 'ਚੋਂ ਬਾਹਰ ਰੱਖ ਦਿਓ, ਉਹ ਆਪੇ ਕੁਝ ਸਮੇਂ ਬਾਅਦ ਤੜਫ ਤੜਫ ਕੇ ਮਰ ਜਾਏਗੀ। ਕਿਉਂ? ਉਹ ਪਾਣੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੀ। ਇਸ ਤਰ੍ਹਾਂ ਭਜਨ ਬੰਦਗੀ ਕਰਨ ਵਾਲੇ ਕਈ ਲੋਕ ਨੇ, ਜਿਹੜੇ ਬਹੁਤ ਉੱਚੀ ਅਵਸਥਾ 'ਤੇ ਚਲੇ, ਭਜਨ ਬੰਦਗੀ ਕਰਦੇ 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 ਉਹ ਫਿਰ ਇਸ ਅਵਸਥਾ 'ਚ ਆਉਂਦੇ ਕਿ ਭਜਨ ਬੰਦਗੀ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ। ਉਹ ਜੇ ਨਾ ਭਜਨ ਬੰਦਗੀ ਕਰਨ ਤਾਂ ਉਹਨਾਂ ਨੂੰ ਬਹੁਤ ਦੁੱਖ ਹੁੰਦਾ ਹੈ ਵੀ ਅੱਜ ਜਿਹੜਾ ਭਜਨ ਬੰਦਗੀ ਅਸੀਂ ਨਹੀਂ ਕਰ ਸਕੇ। ਉਹ ਭਜਨ ਬੰਦਗੀ ਤੋਂ ਬਿਨਾਂ ਨਹੀਂ ਰਹਿ ਸਕਦੇ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਹੈ, ਇਸ ਤਰ੍ਹਾਂ ਜਿਹੜਾ ਸੰਤਾਂ ਦਾ ਨਿੰਦਕ ਹੈ ਉਹ ਵੀ ਇੱਕ ਦਿਨ ਇਸ ਤਰ੍ਹਾਂ ਵਿਰਲਾਪ ਕਰਦਾ, ਰੋਂਦਾ ਪਿੜਦਾ ਹੈ। ਕਿਉਂ? ਕਿਸੇ ਨੂੰ ਕੋੜ ਹੋ ਗਿਆ, ਕਿਸੇ ਨੂੰ ਲਕਵਾ ਹੋ ਗਿਆ, ਕਿਸੇ ਦਾ ਲੱਕ ਟੁੱਟ ਗਿਆ, ਕਿਸੇ ਦੀ ਲੱਤ ਟੁੱਟ ਗਈ, ਕਿਸੇ ਦੀ ਇੱਕ ਅੱਖ ਨਿਕਲ ਗਈ, ਕਿਸੇ ਦਾ ਕੁਝ ਹੋ ਗਿਆ, ਫਿਰ ਉਹ ਜਿਹੜੇ ਰੋਂਦੇ ਪਿੜਦੇ ਰਹਿੰਦੇ ਨੇ। ਸੰਤ ਕਾ ਦੋਖੀ ਭੂਖਾ ਨਹੀਂ ਰਾਜੈ, ਇਹ ਭੂਖਾ ਤੇ ਰੁਕਣਾ। ਸੰਤ ਕਾ ਦੋਖੀ ਭੂਖਾ ਨਹੀਂ ਰਾਜੈ, ਸੰਤ ਦਾ ਨਿੰਦਕ ਹਮੇਸ਼ਾ ਭੁੱਖਾ ਰਹਿੰਦਾ, ਕਦੇ ਵੀ ਰੱਜਦਾ ਨਹੀਂ ਹੈ, ਭੁੱਖਾ ਰਹਿੰਦਾ, ਰੋਟੀ ਵੱਲੋਂ ਨਹੀਂ, ਭਾਵ
ਉਹਦੀ ਇੱਛਾ ਪੂਰੀ ਹੀ ਨਹੀਂ ਹੁੰਦੀ ਹੈ। ਉਹ ਇੱਛਾ ਹੈ, ਉਹਦੀ ਇੱਛਾ ਪੂਰੀ ਨਹੀਂ ਹੁੰਦੀ, ਅਧੂਰੀ ਰਹਿ ਜਾਂਦੀ ਹੈ। ਇਸ ਲਈ ਐਂ ਹੁੰਦਾ ਵੀ ਜਿਵੇਂ ਉਹ ਭੁੱਖਾ ਹੈ, ਉਹ ਜੋ ਕੁਛ ਉਹਦੇ ਕੋਲ ਹੈ ਉਹਦੇ ਨਾਲ ਉਹ ਰੱਜਦਾ ਹੀ ਨਹੀਂ ਹੈਗਾ। ਇਸ ਲਈ ਹਮੇਸ਼ਾ ਆਪਣੇ ਨੂੰ ਭੁੱਖਾ ਮਹਿਸੂਸ ਕਰਦਾ। ਕਿਵੇਂ ਨਹੀਂ ਰੱਜਦਾ? ਜਿਉਂ ਪਾਵਕ ਈਂਧਣ ਨਹੀਂ ਧਰਾਪੈ। ਈਂਧਣ ਹਿੰਦੀ ਦਾ ਸ਼ਬਦ ਹੈ ਬਾਲਣ, ਲੱਕੜਾਂ। ਪਾਵਕ ਵੀ ਹਿੰਦੀ ਦਾ ਸ਼ਬਦ ਹੈ ਅੱਗ। ਧਰਾਪੈ ਬਣੇ ਰਜਣਾ। ਜਿਵੇਂ ਅੱਗ ਦੇ ਉੱਤੇ ਜਿੰਨੀ ਮਰਜ਼ੀ ਲੱਕੜਾਂ ਰੱਖ ਦਿਓ, ਅੱਗ ਰਜਦੀ ਨਹੀਂ ਹੈ। ਜਿੰਨੀਆਂ ਲੱਕੜਾਂ ਸਭ ਉੱਤੇ ਰੱਖੋਗੇ ਅੱਗ ਹੋਰ ਮੱਚੇਗੀ, ਅੱਗ ਹੋਰ ਮੱਚੇਗੀ। ਜਿਵੇਂ ਅੱਗ ਬਾਲਣ ਦੇ ਨਾਲ ਰਜਦੀ ਨਹੀਂ, ਇਸ ਤਰ੍ਹਾਂ ਜਿਹੜਾ ਸੰਤ ਦਾ ਨਿੰਦਕ ਹੈ, ਇਹਦੇ ਕੋਲ ਜੋ ਕੁਛ ਉਹਦੇ ਨਾਲ ਰਜਦਾ ਨਹੀਂ, ਇਹ ਭੁੱਖਾ ਹੀ ਰਹਿੰਦਾ ਵੀ ਹਾਂ ਮੇਰੇ ਕੋਲ ਕੁਛ ਨਹੀਂ, ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਇਸ ਤਰ੍ਹਾਂ ਕਰਦਾ ਰਹਿੰਦਾ। ਸੰਤ ਕਾ ਦੁਖੀ ਛੁਟੈ ਅਕੇਲਾ। ਇੱਕ ਦਿਨ ਆਉਂਦਾ ਵੀ ਸੰਤ ਦੀ ਨਿੰਦਿਆ ਕਰਨ ਵਾਲਾ ਉਹਦੇ ਸਾਰੇ ਸਾਥ ਛੱਡ ਜਾਂਦੇ, ਕੋਈ ਉਹਦਾ ਸਾਥੀ ਨਹੀਂ ਬਣਦਾ, ਕੋਈ ਉਹਦਾ ਮਿੱਤਰ ਨਹੀਂ ਬਣਦਾ। ਔਰ ਕਹਿੰਦੇ ਯਾਰ ਤਾਂ ਹਮੇਸ਼ਾ ਨਿੰਦਿਆ ਕਰਦਾ ਰਹਿੰਦਾ, ਅੱਜ ਸਾਧੂਆਂ ਦੀ ਕਰਦਾ, ਕੱਲ੍ਹ ਨੂੰ ਸਾਡੀ ਕਰੇਗਾ। ਉਹਦੇ ਨਾਲ ਜਿਹੜੇ ਦੋਸਤ ਨੇ, ਰਿਸ਼ਤੇਦਾਰ ਨੇ, ਟੁੱਟ ਜਾਂਦੇ ਨੇ ਅਤੇ ਉਹ ਇਕੱਲਾ ਰਹਿ ਜਾਂਦਾ ਹੈ। ਉਹਦੀ ਕੋਈ ਸਹਾਇਤਾ ਨਹੀਂ ਕਰਦਾ, ਕੋਈ ਉਹਦੇ ਨਾਲ ਦੋਸਤੀ ਰਿਸ਼ਤੇਦਾਰੀ ਨਹੀਂ ਪਾਉਂਦਾ। ਸੰਤ ਕਾ ਦੁਖੀ ਛੁਟੈ ਅਕੇਲਾ। ਅੱਗੇ ਉਦਾਹਰਨ ਦਿੱਤੀ ਹੈ, ਜਿਉਂ ਬੁਆੜ ਤਿਲ ਖੇਤ ਮਾਹੇ ਦੁਹੇਲਾ। ਬੁਆੜ ਹੁੰਦਾ ਥੋਥਾ। ਇਹ ਜਿਹੜਾ ਕਹਿੰਦੇ ਜੀ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ। ਦੇਖਣ ਨੂੰ ਤਿਲ ਨੇ ਪਰ ਉਹਨੇ ਤੇਲ ਹੈ ਨਹੀਂ, ਥੋਥੇ ਨੇ। ਕਈ ਚੀਜ਼ਾਂ ਥੋਥੀਆਂ ਨਿਕਲ ਆਉਂਦੀਆਂ ਨੇ, ਬਾਹਰੋਂ ਵੇਖਣ ਨੂੰ ਹੈਗੇ, ਵਿੱਚ ਉਹਨਾਂ ਦਾ ਕੁਛ ਨਹੀਂ ਹੁੰਦਾ, ਵਿੱਚ ਕੁਛ ਨਹੀਂ ਹੁੰਦਾ। ਜਿਵੇਂ ਥੋਥਾ ਤਿਲ ਦਾ ਬੂਟਾ ਬੂਆੜ, ਜਿਵੇਂ ਤਿਲ ਦਾ ਥੋਥਾ ਬੂਟਾ ਖੇਤ ਦੇ ਵਿੱਚ ਹੀ ਕਿਸਾਨ ਛੱਡ ਦਿੰਦਾ, ਉਹਨੂੰ ਵੱਢਦਾ ਨਹੀਂ ਹੈ। ਵੱਢ ਕੀ ਕਰੇਗਾ ਉਹਨੂੰ? ਉਹ ਤਾਂ ਉਹਨਾਂ ਬੂਟਿਆਂ ਨੂੰ ਵੱਢਦਾ ਜਿਨ੍ਹਾਂ ਦੇ ਤਿਲਾਂ ਵਿੱਚ ਤੇਲ ਹੈ। ਜਿਹੜੇ ਬੂਟੇ ਥੁੱਥ ਹੈ ਉਸ ਨੂੰ ਵੱਢਦੇ, ਖੇਤ ਛੱਡ ਦਿੰਦਾ। ਉਹ ਤਾਂ ਖੇਤ ਕਦੇ ਡੰਗਰ ਆ ਗਏ, ਕਦੇ ਕੋਈ ਆ ਗਿਆ, ਉਹ ਜਿਹੜਾ ਬੂਟਾ ਕਦੇ ਕੋਈ ਮਿੱਧ ਗਿਆ, ਕਦੇ ਕੋਈ ਮਿੱਧ ਗਿਆ ਉਸਨੂੰ। ਇਸ ਲਈ ਜਿਵੇਂ ਥੋਥਾ ਤਿਲ ਦਾ ਬੂਟਾ ਖੇਤ ਦੇ ਵਿੱਚ ਹੀ ਛੱਡ ਦਿੱਤਾ, ਇਸ ਲਈ ਦੁਹੇਲਾ, ਦੁਖੀ ਰਹਿੰਦਾ, ਉਹ ਦੁਖੀ ਹੁੰਦਾ। ਇਸ ਤਰ੍ਹਾਂ ਸੰਤ ਕਾ ਦੁਖੀ ਧਰਮ ਤੇ ਰਹਿਤ। ਜਿਵੇਂ ਖੇਤ ਦੇ ਵਿੱਚ ਥੋਥੇ ਤਿਲ ਦੇ ਬੂਟਿਆਂ ਨੂੰ ਇਕੱਲਿਆਂ ਛੱਡ ਦਿੱਤਾ ਜਾਂਦਾ ਨਾ, ਇਸ ਤਰ੍ਹਾਂ ਜਿਹੜਾ ਸੰਤ ਹੈ ਉਹ ਵੀ ਫਿਰ ਇਕੱਲੇ ਹੀ ਰਹਿ ਜਾਂਦਾ, ਦੋਸਤ ਮਿੱਤਰ ਉਹਦੇ ਸਾਰੇ ਨੂੰ ਛੱਡ ਜਾਂਦੇ। ਸੰਤ ਕਾ ਦੁਖੀ ਧਰਮ ਤੇ ਰਹਿਤ। ਜਿਹੜਾ ਸੰਤ ਦੀ ਨਿੰਦਿਆ ਕਰਦਾ, ਹੌਲੀ ਹੌਲੀ ਉਹਦੇ ਅੰਦਰੋਂ ਧਰਮ ਖਤਮ ਹੋ ਜਾਂਦਾ। ਉਹ ਧਰਮ ਉਹਦੇ ਅੰਦਰੋਂ ਖਤਮ ਹੋ ਜਾਂਦਾ, ਉਹਦੇ ਅੰਦਰੋਂ ਗੁਣ ਖਤਮ ਹੋ ਜਾਂਦੇ ਨੇ, ਉਹਦੇ ਅੰਦਰ ਚੰਗਿਆਈਆਂ ਖਤਮ ਹੋ ਜਾਂਦੀਆਂ, ਉਹ ਧਰਮ ਤੋਂ ਰਹਿਤ ਹੋ ਜਾਂਦਾ। ਸੰਤ ਕਾ ਦੁਖੀ ਸਦ ਮਿਥਿਆ ਕਹਿਤ। ਜਿਹੜਾ ਸੰਤ ਦਾ ਨਿੰਦਕ ਹੁੰਦਾ ਉਹ ਹਮੇਸ਼ਾ ਝੂਠ ਬੋਲਦਾ ਹੈ, ਉਹ ਝੂਠ ਬੋਲਦਾ। ਆਦਤ ਪੈ ਗਈ ਨਿੰਦਿਆ ਕਰਨ ਦੀ, ਆਦਤ ਪੈ ਗਈ ਨਿੰਦਿਆ ਕਰੇ ਝੂਠੀ। ਨਿੰਦਿਆ ਝੂਠੀ ਨੂੰ ਇੱਕ ਨਿੰਦਿਆ ਕਹਿੰਦੇ ਨੇ, ਸੱਚੀ ਗੱਲ ਨੂੰ ਨਿੰਦਿਆ ਨਹੀਂ ਕਹਿੰਦੇ। ਕੋਈ ਚੋਰ ਨੂੰ ਚੋਰ ਕਹਿ ਰਿਹਾ, ਨਿੰਦਿਆ ਨਹੀਂ ਹੈ, ਪਰ ਕੋਈ ਸਾਧ ਨੂੰ ਚੋਰ ਕਹਿ ਰਿਹਾ, ਇਹ ਉਹਦੀ ਨਿੰਦਿਆ ਹੈ। ਕੋਈ ਮਾੜੇ ਨੂੰ ਮਾੜਾ ਕਹਿੰਦਾ, ਇਹ ਨਿੰਦਿਆ ਨਹੀਂ ਹੈ, ਪਰ ਚੰਗੇ ਨੂੰ ਜਦੋਂ ਕੋਈ ਮਾੜਾ ਕਹਿੰਦਾ ਉਹਦਾ ਨਿੰਦਿਆ। ਕਈ ਵਾਰੀ ਮਨੁੱਖ ਈਰਖਾ ਵਸ ਚੰਗੇ ਨੂੰ ਵੀ ਮਾੜਾ ਕਹਿੰਦਾ, ਅੰਦਰ ਈਰਖ ਹੈ, ਹਾਏ ਹੋਏ ਇਹਦੇ ਕੋਲੇ ਹੈ, ਸਾਡੇ ਕੋਲੇ ਹੈ ਨਹੀਂ। ਇੱਕ ਬੀਬੀ ਕਹਿੰਦੀ ਮੇਰੇ ਪੋਤਾ ਹੋਇਆ, ਮੇਰੇ ਪੋਤਾ ਹੋਇਆ, ਮੇਰਾ ਕੋਈ ਭੈਣ ਭਰਾ ਮੈਨੂੰ ਜਿਹੜੇ ਕਿਸੇ ਵਧਾਈ ਨਹੀਂ ਦਿੱਤੀ। ਕਹਿੰਦੇ ਮੇਰੇ ਕਿਸੇ ਭੈਣ ਭਰਾ ਨੇ ਮੈਨੂੰ ਵਧਾਈ ਨਹੀਂ ਦਿੱਤੀ ਵੀ ਭੈਣੇ ਤੇਰੇ ਘਰ ਪੋਤਾ ਹੋਇਆ। ਵੀ ਹਾਏ ਹੋਏ
ਸਾਡੇ ਪੋਤੀ ਹੋਈ ਹੈ, ਇਹਦੇ ਕਿਉਂ ਪੋਤਾ ਹੋ ਗਿਆ? ਕਹਿੰਦੇ ਆਉਣਾ ਤਾਂ ਕਿਸੇ ਨੇ ਕੀ ਸੀ ਸ਼ਗਨ ਦੇਣ, ਵਧਾਈ ਹੋਈ ਨਹੀਂ ਕਿਸੇ ਨੇ ਦਿੱਤੀ। ਅੰਦਰ ਕਈ ਵਾਰੀ ਈਰਖਾ ਹੁੰਦੀ, ਜੇ ਉਹਨਾਂ ਦੇ ਵੀ ਪੋਤਾ ਹੋ ਜਾਂਦਾ ਸ਼ਾਇਦ ਵਧਾਈ ਦੇ ਦਿੰਦੇ। ਭੈਣ ਦੇ ਘਰ ਪੋਤਾ ਹੋ ਗਿਆ ਹੈ ਤੇ ਭਰਾ ਦੇ ਘਰ ਪੋਤਰੀ ਹੋ ਗਈ ਹੈ। ਭਰਾ ਨੇ ਭੈਣ ਨੂੰ ਵਧਾਈ ਹੋਈ ਨਹੀਂ ਦਿੱਤੀ, ਨਾ ਕੋਈ ਡੱਬਾ ਲੈ ਕੇ ਗਿਆ ਵੀ ਭੈਣੇ ਤੇਰੇ ਘਰ ਪੋਤਾ ਹੋਇਆ। ਇਹਨੂੰ ਕਹਿੰਦੇ ਈਰਖਾ, ਇਹਨੂੰ ਕਹਿੰਦੇ ਈਰਖਾ। ਇਸ ਕਈ ਵਾਰੀ ਮਨੁੱਖ ਈਰਖਾ ਵਸ ਹੋ ਕੇ ਵੀ ਨਿੰਦਿਆ ਕਰਦਾ ਹੈ, ਆਪ ਵਧੀਆ ਬਣ ਨਹੀਂ ਸਕਦਾ ਤੇ ਵਧੀਆ ਨੂੰ ਘਟੀਆ ਸਿੱਧ ਕਰਨ ਦੇ ਲੱਗਾ ਰਹਿੰਦਾ। ਆ ਜਿਹੜੇ ਟੂਣੇ ਕਰਦੇ ਨੇ ਇਹ ਵੀ ਈਰਖਾਵਾਦੀ ਹੁੰਦੇ ਨੇ, ਵੀ ਇਹ ਦੂਜੇ ਦਾ ਭੱਠਾ ਬਿਠਾਓ ਜੀ, ਦੂਜੇ ਦਾ ਭੱਠਾ ਬਿਠਾਉਣਾ, ਇਸ ਲਈ ਜਿਹੜਾ ਹੈ ਉਹ ਟੂਣਾ ਕਰ ਦੇਣਾ ਵੀ ਉਹਦਾ ਨੁਕਸਾਨ ਹੋ ਜਾਏ, ਫਿਰ ਬੜਾ ਖੁਸ਼ ਹੁੰਦੇ। ਆਪ ਨਹੀਂ ਤਰੱਕੀ ਕਰਨੀ, ਦੂਜੇ ਨੂੰ ਡਾਊਨ ਕਰਨ ਦੀ ਕੋਸ਼ਿਸ਼ ਕਰਨੀ ਹੈ, ਇਹ ਈਰਖਾ ਹੁੰਦੀ ਹੈ। ਅਤੇ ਈਰਖਾ ਵਸ ਹੋ ਕੇ ਫਿਰ ਬੰਦਾ ਜਿਹੜਾ ਚੰਗਿਆਂ ਦੀ ਵੀ ਨਿੰਦਿਆ ਕਰਦਾ ਰਹਿੰਦਾ ਹੈ। ਇਸ ਲਈ ਕਹਿੰਦੇ ਸੰਤ ਕਾ ਦੋਖੀ ਸਾਧ ਮਿਥਿਆ ਕਹਿਤ। ਮਿਥਿਆ ਹੁੰਦਾ ਝੂਠ, ਸੰਤ ਦਾ ਨਿੰਦਕ ਸਦਾ ਹੀ ਝੂਠ ਬੋਲਦਾ ਹੈ। ਜਿਵੇਂ ਦਸਮ ਪਾਤਸ਼ਾਹ ਦੇ ਵੇਲੇ ਮਸੰਦ ਹੁੰਦੇ ਸਨ, ਤੀਸਰੇ ਪਾਤਸ਼ਾਹ ਨੇ 22 ਬ੍ਰਹਮ ਗਿਆਨੀ ਤਿਆਰ ਕੀਤੇ। 22 ਥਾਵਾਂ ਹਿੰਦੁਸਤਾਨ ਦੇ ਵਿੱਚ 22 ਕੇਂਦਰ ਬਣਾਏ ਪ੍ਰਚਾਰ ਦੇ। ਉੱਥੇ ਉਹ ਇੱਕ ਇੱਕ ਪ੍ਰਚਾਰਕ ਭੇਜਿਆ ਕਿ ਤੁਸੀਂ ਭਾਈ ਸਿੱਖ ਧਰਮ ਦਾ ਪ੍ਰਚਾਰ ਕਰੋ, ਅਤੇ ਵਿਸਾਖੀ ਅਤੇ ਦੀਵਾਲੀ ਨੂੰ ਜਿਹੜੇ ਸਿੱਖ ਬਣ ਜਾਣ ਉਹਨਾਂ ਨੂੰ ਇੱਥੇ ਗੁਰੂ ਘਰ 'ਚ ਲੈ ਕੇ ਆਉਣਾ ਹੈ। ਨੰਬਰ 2, ਉਹ ਜੋ ਭੇਟਾ ਦੇਣ ਗੁਰੂ ਦੇ ਨਾਮ 'ਤੇ ਉਹ ਰਜਿਸਟਰ 'ਚ ਲਿਖਣੀ ਹੈ, ਅਤੇ ਜਦੋਂ 6 ਮਹੀਨੇ ਬਾਅਦ ਆਉਣੇ ਉਹ ਸੰਗਤ ਨੂੰ ਸੁਣਾਉਣੇ। ਉਹਨਾਂ ਲੋਕਾਂ ਨੂੰ ਲੈ ਕੇ ਆਉਣਾ ਜਿਨ੍ਹਾਂ ਨੇ ਮਾਇਆ ਦਿੱਤੀ, ਅਤੇ ਭਰੀ ਸੰਗਤ ਸੁਣਾਉਣੇ ਵੀ ਨਹੀਂ ਆਹ ਦਿੱਤਾ ਇਹਨੇ ਆਹ ਦਿੱਤਾ, ਤਾਂ ਜੋ ਕੋਈ ਸ਼ੰਕਾ ਨਾ ਕਰੇ ਵੀ ਮੇਰੀ ਮਾਇਆ ਪਹੁੰਚੀ ਕਿ ਨਹੀਂ ਪਹੁੰਚੀ। ਪਰ ਸਮਾਂ ਪਾ ਕੇ ਮਨੁੱਖ ਭ੍ਰਿਸ਼ਟ ਹੋ ਗਿਆ। ਦਸਵੇਂ ਪਾਤਸ਼ਾਹ ਦਾ ਸਮਾਂ ਆ ਗਿਆ। ਇੱਕ ਚੇਤੂ ਮਸੰਦ ਹੁੰਦਾ ਸੀ, ਉਹ ਹੌਲੀ ਹੌਲੀ ਬੇਈਮਾਨ ਹੋ ਗਿਆ। ਜਿਹੜੀ ਕਿ ਬਹੁਤ ਕੀਮਤੀ ਚੀਜ਼ ਕਿਸੇ ਨੇ ਭੇਟ ਕਰਨੀ, ਉਹ ਜਿਹੜੀ ਹੈ ਗੁਰੂ ਤੱਕ ਪਹੁੰਚਾਉਣੀ ਨਹੀਂ, ਉਹ ਆਪ ਰੱਖ ਲੈਣੀ। ਛੋਟੀਆਂ ਮੋਟੀਆਂ ਚੀਜ਼ਾਂ ਗੁਰੂ ਵਾਰ ਰੱਖ ਕੇ ਦੇ ਦੇਣੀ, ਲਿਖਾ ਵੀ ਦੇਣਾ ਵੀ ਫਲਾਣੇ ਆ ਦਿੱਤਾ ਜੀ। ਜਿਹੜੀ ਚੱਜ ਦੀ ਚੀਜ਼ ਹੈ ਉਹ ਆਪਣੇ ਘਰ ਰੱਖ ਲੈਣੀ। ਇਸ ਤਰ੍ਹਾਂ ਇੱਕ ਸਿੱਖ ਨੇ ਗੁਰੂ ਮਹਾਰਾਜ ਬਹੁਤ ਵਧੀਆ ਕੰਗਣ ਭੇਜਿਆ, ਬਹੁਤ ਵਧੀਆ ਕੰਗਣ ਭੇਜਿਆ। ਚੇਤੂ ਨੇ ਉਹ ਆਪਣੇ ਘਰ ਰੱਖ ਲਿਆ, ਬਾਕੀ ਉਹਦਾ ਸਮਾਨ ਗੁਰੂ ਮਹਾਰਾਜ ਤੱਕ ਪਹੁੰਚਾਤਾ। ਅਤੇ ਜਿਹੜਾ ਪਹਿਰੇਦਾਰ ਸੀ ਗੁਰੂ ਮਹਾਰਾਜ ਦਾ, ਜਿਹੜੇ ਆਗਿਆ ਦਿੰਦਾ ਸੀ ਅੱਗੇ ਮਿਲਣ ਦੀ, ਉਹਨੂੰ ਨੇ ਗੰਢ ਲਿਆ ਪੈਸੇ ਦੇ ਕੇ ਵੀ ਜਦੋਂ ਫਲਾਣਾ ਸਿੱਖ ਗੁਰੂ ਮਹਾਰਾਜ ਨੂੰ ਮਿਲਣਾ ਚਾਹੇ ਨਾ, ਉਹਨੂੰ ਆਗਿਆ ਨਹੀਂ ਦੇਣੀ, ਅੰਦਰ ਵੜਨ ਦੀ ਆਗਿਆ ਨਹੀਂ ਦੇਣੀ, ਉਹਨੂੰ ਨਾ ਕਰ ਦੇਣੀ। ਉਹ ਇੱਕ ਵਾਰੀ ਆਇਆ ਵੀ ਮੈਂ ਗੁਰੂ ਮਹਾਰਾਜ ਨੂੰ ਮਿਲਣਾ ਹੈ। ਹੁਣ ਚੇਤੂ ਨੇ ਉਹਨੂੰ ਕਹਿ ਰੱਖਿਆ ਸੀ ਪਹਿਰੇਦਾਰ ਨੂੰ ਵੀ ਇਹਨੂੰ ਵੜਨ ਨਹੀਂ ਦੇਣਾ, ਵੀ ਨਹੀਂ ਭਾਈ ਅਜੇ ਗੁਰੂ ਮਹਾਰਾਜ ਕੇ ਬਾਹਰ ਰੁਕੋ। 2-3 ਦਿਨ ਲੰਘਾਤੇ, ਮਿਲਣ ਨਹੀਂ ਦਿੰਦਾ, ਬਾਕੀਆਂ ਨੂੰ ਮਿਲਣ ਦੇ ਰਿਹਾ ਹੈ। ਉਹ ਬਾਹਰ ਬੈਠਾ ਦਰਖਤ ਦੇ ਹੇਠਾਂ ਰੋ ਰਿਹਾ ਹੈ ਵੀ ਸੱਚੇ ਪਾਤਸ਼ਾਹ ਮੈਨੂੰ 3 ਦਿਨ ਹੋ ਗਏ, ਮੈਂ ਐਡੀ ਦੂਰੋਂ ਤੁਹਾਡੇ ਦਰਸ਼ਨ ਕਰਨ ਆਇਆ, ਆਹ ਤੁਹਾਡੇ ਨੌਕਰ ਮੈਨੂੰ ਮਿਲਣ ਹੀ ਨਹੀਂ ਦਿੰਦੇ ਤੁਹਾਡੇ ਨਾਲ। ਅਤੇ ਗੁਰੂ ਮਹਾਰਾਜ ਤਾਂ ਜਾਣੀ ਜਾਣ ਹੁੰਦੇ ਨੇ। ਉਹਨਾਂ ਨੇ ਇੱਕ ਹੋਰ ਬੰਦੇ ਨੂੰ ਭੇਜਿਆ ਵੀ ਉਹ ਬਾਹਰ ਨਾ ਇੱਕ ਦਰਖਤ ਦੇ ਹੇਠਾਂ ਸਿੱਖ ਬੈਠਾ, ਉਹ ਇਸ ਵੇਲੇ ਰੋ ਰਿਹਾ ਹੈ, ਉਹਨੂੰ ਕਹੋ ਵੀ ਗੁਰੂ ਮਹਾਰਾਜ ਨੇ ਤੈਨੂੰ ਬੁਲਾਇਆ। ਉਹ ਜਦੋਂ ਆਉਣ ਲੱਗਾ, ਉਹ ਜਿਹੜਾ ਪਹਿਰੇਦਾਰ ਸੀ ਕਹਿੰਦਾ ਤੂੰ ਨਹੀਂ ਅੰਦਰ ਜਾ ਸਕਦਾ। ਉਹ ਜਿਹੜਾ ਦੂਜਾ ਸਿੱਖ ਕਹਿੰਦਾ ਤੂੰ ਕੌਣ ਹੈ ਰੋਕਣ ਵਾਲਾ? ਮੈਨੂੰ ਗੁਰੂ ਮਹਾਰਾਜ ਨੇ ਕਿਹਾ ਵੀ ਉਹਨੂੰ ਸੱਦ ਕੇ ਲਿਆ, ਇਸ ਲਈ ਮੈਂ ਲੈ ਕੇ ਜਾ ਰਿਹਾ। ਚਲੋ ਇਹ ਲੰਘਣ ਦੇਤਾ। ਗੁਰੂ ਮਹਾਰਾਜ ਕਹਿੰਦੇ ਭਾਈ ਕੀ ਗੱਲ ਹੈ, ਤੂੰ ਰੋ ਰਿਹਾ? ਕਹਿੰਦਾ ਜੀ 3 ਦਿਨ ਹੋ ਗਏ ਨੇ, ਇਹ ਮੈਨੂੰ ਅੰਦਰ ਨਹੀਂ ਆਉਣ ਦਿੰਦੇ, ਮੈਂ ਤੁਹਾਡੇ ਦਰਸ਼ਨ ਕਰਨੇ ਸਨ,
ਕਹਿੰਦੇ ਭਾਈ ਤੂੰ ਕੀ ਭੇਜਿਆ ਸੀ ਸਾਡੇ ਲਈ? ਕਹਿੰਦੇ ਜੀ ਮੈਂ ਇੱਕ ਬਹੁਤ ਵਧੀਆ ਕੰਗਣ ਭੇਜਿਆ ਸੀ, ਬੜਾ ਮਹਿੰਗਾ ਤੇ ਨਾਲਾ ਸਮਾਨ ਭੇਜਿਆ ਸੀ। ਚੇਤੂ ਨੂੰ ਕਹਿੰਦੇ ਰਜਿਸਟਰ ਲਿਆ ਓਏ। ਰਜਿਸਟਰ ਦੇ ਬਾਕੀ ਸਮਾਨ ਲਿਖਿਆ, ਕੰਗਣ ਲਿਖੇ ਹੀ ਨਹੀਂ ਹੋਇਆ। ਕਹਿੰਦੇ ਵੀ ਚੇਤੂ ਇਹਨੇ ਤੈਨੂੰ ਕੰਗਣ ਦਿੱਤਾ ਸੀ, ਉਹ ਤੂੰ ਸਾਨੂੰ ਨਹੀਂ ਲਿਆ ਕੇ ਦਿੱਤਾ। ਕਹਿੰਦੇ ਝੂਠ ਬੋਲਦਾ ਜੀ, ਜੇ ਮੈਂ ਬਾਕੀ ਸਮਾਨ ਲਿਖ ਸਕਦਾ ਤਾਂ ਕੰਗਣ ਕਿਉਂ ਨਹੀਂ ਲਿਖ ਸਕਦਾ? ਇਹ ਝੂਠ ਬੋਲਦਾ ਹੈ। ਉਹ ਕਹਿੰਦਾ ਨਹੀਂ ਜੀ ਮੈਂ ਇਹਨੂੰ ਲਿਆ ਕੇ ਦਿੱਤਾ ਸੀ, ਮੈਂ ਝੂਠ ਨਹੀਂ ਬੋਲਦਾ, ਇਹਨੇ ਤੁਹਾਡੇ ਤੱਕ ਪਹੁੰਚਾਇਆ ਨਹੀਂ। ਗੁਰੂ ਮਹਾਰਾਜ ਨੇ ਉਹਦੇ ਘਰ ਵੱਲ ਵੇਖਿਆ, ਦੇਖਿਆ ਵੀ ਉਹ ਅੱਛਾ ਉਹ ਅਲਮਾਰੀ ਜਿਹੜੀ ਹੈ ਨਾ, ਇਹਦੇ ਉੱਪਰਲੇ ਖਾਨੇ 'ਚ ਉਹ ਕੰਗਣ ਪਿਆ। 5 ਸਿੰਘ ਭੇਜੇ ਵੀ ਜਾਓ ਇਹਦੇ ਘਰ ਖੋਲ੍ਹੋ, ਘਰ ਵਾਲੀ ਦੀ ਘਰ ਹੈ, ਉਹਨੂੰ ਕਹੋ ਗੁਰੂ ਮਹਾਰਾਜ ਸਾਹਿਬ ਨੇ ਕਿਹਾ ਫਲਾਣੀ ਅਲਮਾਰੀ ਖੋਲ੍ਹੋ, ਉਹ ਤੇ ਉੱਪਰਲੇ ਖਾਨੇ 'ਚ ਜਿਹੜਾ ਇਹਨੇ ਕੰਗਣ ਸਾਨੂੰ ਭੇਟ ਕੇ ਦਾ ਉਹ ਪਿਆ, ਉੱਥੇ ਚੱਕ ਲਿਓ। ਉਹ ਗਏ, ਵਾਕਈ ਕੰਗਣ ਮਿਲ ਗਿਆ। ਜੋ ਲੈ ਕਹਿੰਦੇ ਭਾਈ ਆਹੀ ਕੰਗਣ ਤੂੰ ਭੇਜਿਆ ਸੀ? ਕਹਿੰਦਾ ਹਾਂ ਜੀ ਇਹੀ ਭੇਜਿਆ ਸੀ। ਅਤੇ ਚੇਤੂ ਨੂੰ ਕਹਿੰਦੇ ਤੂੰ ਤੇ ਕਹਿੰਦਾ ਸੀ ਤੂੰ ਤੇ ਕਹਿੰਦਾ ਸੀ ਇਹ ਝੂਠ ਬੋਲਦਾ ਜੀ, ਇਹਨੇ ਕੋਈ ਕੰਗਣ ਨਹੀਂ ਦਿੱਤਾ, ਆ ਤੇਰੇ ਘਰੋਂ ਨਿਕਲਿਆ ਹੁਣ। ਅਤੇ ਗੁਰੂ ਮਹਾਰਾਜ ਉਹਨੂੰ ਫਿਰ ਮਸੰਦ ਪੁਣੇ ਤੋਂ ਹਟਾਤਾ ਅਤੇ ਨਾਲ ਉਹਦੀ ਚੰਗੀ ਬੇਇੱਜ਼ਤੀ ਕੀਤੀ ਭਰੀ ਸਭਾ ਦੇ ਵਿੱਚ। ਇਸ ਲਈ ਜਿਹੜੇ ਨਿੰਦਕ ਲੋਕ ਹੁੰਦੇ ਨਾ, ਉਹ ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਉਹ ਤਾਂ ਸਦਾ ਹੀ ਝੂਠ ਬੋਲਦੇ ਹਨ, ਆਦਤ ਪੈਂਦੀ ਝੂਠ ਬੋਲਣ। ਕਿਰਤ ਨਿੰਦਕ ਕਾ ਧੁਰ ਹੀ ਪਿਆ। ਜਿਹੜੇ ਨਿੰਦਿਆ ਕਰਦੇ ਨਾ, ਇਹ ਤਾਂ ਧੁਰੋਂ ਇਹਨਾਂ ਦੀ ਕਿਸਮਤ 'ਚ ਹੀ ਲਿਖਿਆ ਹੁੰਦਾ ਕਿ ਉਹ ਪਿਛਲੇ ਜਨਮ 'ਚ ਵੀ ਨਿੰਦਿਆ ਕਰਦੇ ਰਹੇ। ਨਿੰਦਿਆ ਕਰਦਿਆਂ ਨਿੰਦਾ ਇਹਨਾਂ ਦੀ ਇੱਕ ਕਰਮ ਬਣ ਗਿਆ। ਉਹ ਜਿਹੜਾ ਕਰਮ ਬਣ ਗਿਆ, ਫਿਰ ਉਹਦੇ ਅਨੁਸਾਰ ਮਨੁੱਖ ਅਗਲੇ ਜਨਮ 'ਚ ਵੀ ਉਸੇ ਤਰ੍ਹਾਂ ਹੀ ਕਰਮ ਕਰਦਾ। ਜਿਵੇਂ ਮੰਨ ਲਓ ਕੋਈ ਚੋਰ ਹੈ, ਪਿਛਲੇ ਜਨਮ 'ਚ ਰਿਹਾ, ਸਾਰੀ ਉਮਰ ਚੋਰੀ ਕਰਦਾ ਰਿਹਾ, ਐਤਕੀ ਭਾਵੇਂ ਉਹਨੂੰ ਗੁਰਦੁਆਰੇ ਜਾਂ ਮੰਦਿਰ ਦੇ ਵਿੱਚ ਵੀ ਨੌਕਰੀ ਦੇ ਦਿਓ, ਉਹ ਉੱਥੇ ਵੀ ਚੋਰੀ ਕਰੇਗਾ। ਕਿਉਂ? ਆਦਤ ਹੀ ਪੈ ਗਈ ਪਿਛਲੇ ਜਨਮਾਂ ਦੀ। ਉਹ ਸੁਭਾਅ ਨਾਲ ਹੀ ਆਉਂਦਾ ਪਿਛਲੇ ਜਨਮ ਦਾ। ਜਿਹੜੇ ਪਿਛਲੇ ਜਨਮ ਸ਼ਰਾਬ ਪੀਂਦੇ ਰਹੇ, ਇਸ ਜਨਮ 'ਚ ਵੀ ਉਹ ਪੀਂਦੇ ਨੇ। ਉਹੀ ਕਹਿਣਗੇ ਮੈਂ ਪੀਣੀ ਤਾਂ ਨਹੀਂ ਸੀ ਜੀ, ਉਹ ਉਹਨੇ 4-5 ਵਾਰੀ ਮੈਨੂੰ ਕਿਹਾ ਉਹ ਮੇਰੇ ਮੁੰਡੇ ਦਾ ਵਿਆਹ, ਯਾਰ ਤੂੰ ਮੇਰੀ ਖੁਸ਼ੀ ਸ਼ਾਮਲ ਨਹੀਂ ਹੁੰਦਾ, ਤੂੰ ਪੀ। ਉਹ ਜੀ ਕਹਿੰਦਾ ਰਿਹਾ, ਫਿਰ ਮੈਂ ਪੀ ਲਈ। ਐਕਚੁਅਲੀ ਪੀਣੀ ਹੀ ਚਾਹੁੰਦਾ ਸੀ, ਉਹ ਤਾਂ ਇੱਕ ਬਹਾਨਾ ਚਾਹੀਦਾ ਸੀ, ਕਿਉਂਕਿ ਪਿਛਲੇ ਜਨਮ 'ਚ ਪੀਂਦਾ ਰਿਹਾ ਸੀ। ਜਿਹੜਾ ਪਿਛਲੇ ਜਨਮ 'ਚ ਰਿਸ਼ਵਤ ਲੈਂਦਾ ਰਿਹਾ, ਇਸ ਜਨਮ 'ਚ ਵੀ ਲਵੇਗਾ ਉਹ, ਕਿ ਸੁਭਾਅ ਬਣ ਗਿਆ ਨਾ, ਉਹਦਾ ਸੁਭਾਅ ਬਣ ਗਿਆ। ਜਿਹੜਾ ਪਿਛਲੇ ਜਨਮ ਭਜਨ ਬੰਦਗੀ ਕਰਦਾ, ਇਸ ਜਨਮ 'ਚ ਵੀ ਕਰੇਗਾ, ਕਿਉਂਕਿ ਪਿਛਲਾ ਸੁਭਾਅ ਨਾਲ ਆ ਗਿਆ ਹੈ, ਨਾਲ ਸੁਭਾਅ ਹੁੰਦਾ ਹੈ। ਇਸ ਕਰਕੇ ਹੁਣ ਜਿਹੜਾ ਪਿਛਲੇ ਜਨਮ 'ਚ ਨਿੰਦਿਆ ਕਰਦੇ ਰਹੇ, ਇਸ ਜਨਮ 'ਚ ਵੀ ਕਰਦਾ ਰਹਿੰਦਾ। ਉਹ ਕਿਰਤ ਹੋ ਗਈ ਨਾ ਉਹਦੀ। ਕਿਸੇ ਕੰਮ ਨੂੰ ਵਾਰੀ ਕਰੀਏ, ਉਹ ਸਾਡੀ ਕਿਰਤ ਹੋ ਜਾਂਦੀ ਹੈ। ਕਿਰਤ ਦੇ ਅਨੁਸਾਰ ਫਿਰ ਸਾਡਾ ਸੁਭਾਅ ਬਣਦਾ ਹੈ। ਉਸ ਸੁਭਾਅ ਦੇ ਅਨੁਸਾਰ ਫਿਰ ਅੱਗੇ ਸਾਡੀਆਂ ਆਦਤਾਂ ਬਣਦੀਆਂ ਹਨ। ਇਸ ਲਈ ਜਿਹੜਾ ਇਸ ਜਨਮ 'ਚ ਸਾਊ ਹੈ ਨਾ, ਇਹ ਤਾਂ ਪਿਛਲੇ ਜਨਮ 'ਚ ਵੀ ਸਾਊ ਸੀ। ਜਿਹੜਾ ਇਸ ਜਨਮ ਬਦਮਾਸ਼ ਹੈ ਨਾ, ਇਹ ਤਾਂ ਪਿਛਲੇ ਜਨਮ 'ਚ ਬਦਮਾਸ਼ ਸੀ, ਨਾਲ ਹੀ ਆ ਗਿਆ, ਸਭ ਕੁਛ ਨਾਲ ਹੀ ਆ ਗਿਆ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕਿਰਤ ਨਿੰਦਕ ਧੁਰ ਹੀ ਪੈ। ਧੁਰੋਂ ਹੀ ਉਹਦੀ ਕਿਸਮਤ 'ਚ ਨਿੰਦਿਆ ਕਰਨੀ ਲਿਖ ਦਿੱਤੀ ਗਈ। ਉਹ ਆਪਣੇ ਸੁਭਾਅ ਅਨੁਸਾਰ ਪਿਛਲੇ ਜਨਮ ਦੇ ਇਸ ਜਨਮ 'ਚ ਨਿੰਦਿਆ ਕਰਦਾ ਹੈ। ਕਿਉਂਕਿ ਜੋ ਸਾਡਾ ਪਾਸਟ ਹੈ, ਜੋ ਪਿੱਛੇ ਸਮਾਂ ਬੀਤ ਗਿਆ, ਉਹ ਵਰਤਮਾਨ ਹੋ ਗਿਆ ਹੈ। ਉਹ ਵਰਤਮਾਨ ਹੋ ਗਿਆ। ਹੁਣ ਜਿਹੜਾ ਸਾਡਾ ਵਰਤਮਾਨ ਹੈ, ਇਹੀ ਸਾਡਾ ਭਵਿੱਖ ਬਣੇਗਾ। ਜੋ ਅਸੀਂ ਪਿਛਲੇ ਜਨਮ 'ਚ ਸੀ, ਉਹਦੇ ਅਨੁਸਾਰ ਹੀ ਹੁਣ ਸਾਨੂੰ ਜਨਮ ਮਿਲਿਆ ਹੈ, ਅਤੇ ਜੋ ਅਸੀਂ ਹੁਣ ਕਰ ਰਹੇ, ਇਹਦੇ ਅਨੁਸਾਰ ਹੀ ਸਾਨੂੰ ਅਗਲਾ ਜਨਮ ਮਿਲਣਾ। ਕਿਸੇ ਬੰਦੇ ਦੀ ਕਿਸਮਤ ਕੋਈ ਨਹੀਂ ਬਣਾ ਸਕਦਾ। ਇਹ ਬੰਦਾ ਆਪਣੀ ਕਿਸਮਤ ਆਪ ਬਣਾਉਂਦਾ ਹੈ। ਬੰਦਾ ਆਪਣੀ ਕਿਸਮਤ ਆਪ ਬਣਾਉਂਦਾ, ਚੰਗੀ ਬਣਾ ਲੈ, ਮੰਦੀ ਬਣਾ ਲੈ, ਇਹ ਆਪ ਹੀ ਬਣਾਉਂਦਾ, ਫਿਰ ਆਪ ਹੀ ਭੋਗਦਾ ਰਹਿੰਦਾ ਹੈ।
हाँ जे किते चंगी किस्मत लिखी होवे फिर सत संगत आ जाता, फिर भजन बंदगी करता, शुभ कर्म करता, नाम जपदा, हौली हौली परमात्मा दर ते पहुँच जाता। इसलिए कहते किरत निंदक का धुर ही पे। ये निंदक जिहड़ा कीर्तन है धुरों ही लिखिया हुंदा है भी तू आ काम करेगा अगे जाके, क्यों पिछों करदा रहा सी। नानक जो तिस भावै सोई थिया, जो परमात्मा नूं पाउंदा है ਉਹੀ ਹੁੰਦਾ, ਜੋ परमात्मा नूं पाउंदा है ਉਹੀ ਹੁੰਦਾ। कि परमात्मा की किरत ही इहो जी लिख दी है, इसलिए निंदिया करिए ही जाता। साडे कर्म साडी किस्मत बनते हैं। हुण मान लो जिस बंदे पिछे भजन बंदगी की है उन्होंने ये जीवन सुखी मिलेगा, जिन्हें पिछले जन्म पुण्यदान किया उन्होंने इत्थे अमीरी मिलेगी, उन्होंने अमीरी मिलेगी। कई लोग ना काम तो चंगा करते हैं, काम पुण्यदान भी करते हैं, काम चंगा भी करते हैं, इस करके उन्होंने अमीरी मिल जाती है, पर वो नाम नहीं जपते, बाणी नहीं पढ़ते, इसलिए उन्होंने सुख नहीं मिलता। अमीरी तो मिल गई, सुख नहीं मिलता। जे बंदा नाम भी जपे अते पुण्यदान भी करे फिर उन्होंने की हैगा सुखी जीवन मिलेगा, अमीरी वाला जीवन मिलेगा। तो जिन्हें चोरियां कर रहे, डाके मारे, ठगियां कर रहे, मिलावटा कर रहे, धोखाधड़ी कर रहे, रिश्वत लै रहे, किदा मकान दब लिया, किदा प्लाट दब लिया, किदी जमीन दब ली, किदे लखां रुपए लैके मुकर गए, इहो जे अगले जन्म च फिर गरीब हुंदे ने, हाथ ते ठूठा जिहा फड़ के मंगदे फिरदे, कोई खैर नहीं पांदा इहो जिहा। ये अपने कर्म बंदा भोगदा रहिंदा है। बाणी वारी वारी कहंदी है पर बंदा मनदा ही नहीं हैगा। बाणी पढ़ी भी जांदा है पर मनदा नहीं हैगा। वो पढ़ी जाण दा की फायदा। मलिक बच्चा है अपने माँ प्यो दे बड़ा सत्कार करदा, सवेरे उठदा है सत श्री अकाल जी मम्मा, सत श्री अकाल डैडी, सत श्री अकाल, पैरीं हत्थ भी लाउंदा। ते जो कहंदे काका काम करदे, ये नहीं मेरे तो हुंदा, ਉਹਦਾ ਪੈਰਾਂ ਨੂੰ ਹੱਥ ਲਾਇਆ ਵੀ ਵਿਅਰਥ ਹੀ ਚਲਾ ਜਾਂਦਾ। ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਕੁੱਥਾ ਜਾਏ। ਸਲਾਮ ਵੀ ਕੀਤੀ, ਨਮਸਕਾਰ ਵੀ ਕੀਤੀ, ਕੰਮ ਤੋਂ ਜਵਾਬ ਦਿੱਤਾ, ਉਹ ਤਾਂ ਵਿਅਰਥ ਗਿਆ। ਮੈਂ ਉਹਦੀ ਸਲਾਮ ਵੀ ਵਿਅਰਥ ਚਲੀ ਗਈ, ਕੋਈ ਕੀਮਤ ਨਹੀਂ ਪੈਂਦੀ। ਇਸ ਲਈ ਜਿੱਥੇ ਅਸੀਂ ਭਜਨ ਬੰਦਗੀ ਕਰਨੀ ਹੈ ਉੱਥੇ ਲੋੜਵੰਦਾਂ ਦੀ सहायता भी करनी, उन्होंने कहते पुण्यदान करना। हुण जे लिखिया सी अखबार च कि 135 करोड़ की आबादी है भारत दे, जिस 85 करोड़ लोग जिहड़े ने वो चंगा खा पी रहे हैं, पर जिहड़े 45 करोड़ लोग ने वो बेचारे गरीब ने। अगर 85 करोड़ लोग देखो गरीब तो अद्धे ने ना, 85 अमीर ने, 45 गरीब ने। जे 85 लोग चाहते तो कोई भी गरीब भुखा नहीं सी रह सकता, किते किसी ने भी आप स्टेट छड़ के दूजी थां ते नहीं सी जाना पै सकता। वो कहते नहीं भाई महीना 2 महीने 3 महीने जिन्ना चिर काम बंद रहेगा असी तुहानूं रोटी पानी देवांगे, तुसी ना जाओ वापस, इत्थे ही रहो, सदा इक्को जी हालत नहीं रहिंदी। अगर उन्हें रोटी पानी मिलता नाल 500-700 रुपया 1000 रुपया महीना होर खर्चे लिए मिलता, कि निरा जीवन रोटी पानी तो नहीं खड़ा। नहाना धोना भी अगले ने साबण भी चाहिए, तेल भी चाहिए, होर थोड़ा बहुत होर कोई गरीब नहीं चाहिए होंदा। अगर 85 करोड़ लोग फैसला कर लेंदे कि असी ये 45 करोड़ की सहायता करनी, 2 बंदियां ने एक बंदे ने रोटी खुआनी सी ना, एक बंदे ने 2 नूं खुआनी नहीं। 85 करोड़ अमीर ने, 45 करोड़ गरीब ने, अद्धे होए ना, कि 2 परिवार रल के एक परिवार नूं नहीं खुआ सके 2-3 महीने रोटी नहीं खुआ सके। क्यों? पुण्यदान की भावना सारिਆਂ 'ਚ नहीं हुंदी।
ਸਾਰੇ ਲੋਕਾਂ 'ਚ ਪੁੰਨ ਕਰਨ ਦੀ ਭਾਵਨਾ ਹੀ ਨਹੀਂ ਹੁੰਦੀ, ਉਹਨਾਂ ਦੇ ਅੰਦਰ ਕੋਈ ਤਰਸ ਭਾਵਨਾ ਹੀ ਨਹੀਂ ਹੁੰਦੀ ਕਿ ਸਾਡੇ ਗੁਆਂਢ ਦੇ ਵਿੱਚ ਇੱਕ ਭੁੱਖਾ ਮਾਰਿਆ ਅਤੇ ਅਸੀਂ ਸਾਡੀਆਂ ਰੋਟੀਆਂ ਜਿਹੜੀਆਂ ਫਾਲਤੂ ਪਈਆਂ ਨੇ ਅਸੀਂ ਚਲੋ ਔਖੇ ਸਮੇਂ ਇਹਨਾਂ ਦੀ ਸਹਾਇਤਾ ਕਰਦੇ। ਨਾ ਸਹਾਇਤਾ ਕਰਨ ਕਾਰਨ ਉਹ ਲੱਖਾਂ ਲੋਕਾਂ ਨੂੰ ਜਿਹੜੇ ਬਾਹਰਲੇ ਸਟੇਟਾਂ 'ਚ ਆਏ ਸਨ ਉਹ ਛੱਡ ਛਡਾ ਕੇ ਆਪਣੇ ਘਰਾਂ ਨੂੰ ਮੁੜਨਾ ਪੈ ਗਿਆ। ਉਹ ਤਾਂ ਪਹਿਲਾਂ ਹੀ ਗਰੀਬ ਸਨ, ਜਿਹੜੇ ਘਰਾਂ ਨੂੰ ਮੁੜ ਗਏ ਨੇ ਉੱਥੇ ਕਿਹੜਾ ਅਮੀਰ ਨੇ, ਉਹ 6 ਮਹੀਨੇ 'ਚ ਉੱਥੇ ਵੀ ਦੁਖੀ ਹੋ ਜਾਣਗੇ, ਉਹ ਫਿਰ ਵਾਪਸ ਆਉਣਗੇ। ਇਸ ਤਰ੍ਹਾਂ ਸਾਲ ਉਹਨਾਂ ਦਾ ਖਰਾਬ ਹੋ ਜਾਏਗਾ। ਜੇ ਕਿਤੇ ਤਰਸ ਭਾਵਨਾ, ਬੜੇ ਲੰਗਰ ਲਾਏ ਲੋਕਾਂ ਨੇ, ਫਿਰ ਵੀ ਨਹੀਂ ਲਾਏ, ਬੜੇ ਲਾਏ, ਪਰ ਉਹਦੇ 'ਚ ਸਾਰਿਆਂ ਨੇ ਆਪਣਾ ਹਿੱਸਾ ਨਹੀਂ ਪਾਇਆ। ਖਾਸ ਕਰਕੇ ਅਮੀਰਾਂ ਨੇ ਤਾਂ ਬਹੁਤ ਘੱਟ ਹਿੱਸਾ ਪਾਇਆ। ਜਿਹੜਾ ਦਰਮਿਆਨਾ ਤਬਕਾ ਸੀ ਉਸ ਨੇ ਲੰਗਰ ਦੇ ਵਿੱਚ ਜ਼ਿਆਦਾ ਹਿੱਸਾ ਪਾਇਆ। ਨਹੀਂ ਤਾਂ ਇਹ ਅਰਬਾਂ ਪਤੀ ਸਾਡੇ ਦੇਸ਼ ਲੋਕ ਨੇ, ਕਰੋੜਾਂ ਨਹੀਂ ਅਰਬਾਂ ਪਤੀ ਦੇਸ਼ ਲੋਕ ਨੇ ਜਿਹੜੇ ਇੰਨੇ ਅਮੀਰ ਨੇ। ਅਗਰ ਉਹ ਕਿਤੇ ਸਹਾਇਤਾ ਕਰਨ 'ਤੇ ਆ ਜਾਂਦੇ ਇੱਥੇ ਇੱਕ ਵੀ ਭੁੱਖਾ ਨਾ ਮਰੇ, ਪਰ ਨਹੀਂ। ਇਹ ਪੁੰਨਦਾਨ ਦਾ ਜਜ਼ਬਾ ਹਰ ਇੱਕ ਦੇ ਅੰਦਰ ਨਹੀਂ ਹੁੰਦਾ। ਅੱਜ ਜਿਹੜੇ ਪੁੰਨਦਾਨ ਨਹੀਂ ਕਰਦੇ ਨਾ ਉਹਨਾਂ ਨੂੰ ਫਿਰ ਅਗਲੇ ਜਨਮ 'ਚ ਗਰੀਬੀ ਮਿਲਦੀ ਹੈ। ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਅਸੀਂ ਗਰੀਬ ਕਿਉਂ ਹਾਂ। ਬੜੇ ਪਾਪੜ ਵੇਲਦੇ ਨੇ ਵਿਚਾਰੇ, ਬੜੀ ਮਿਹਨਤ ਕਰਦੇ ਨੇ, ਪਰ ਉਹ ਗਰੀਬੀ ਦੂਰ ਹੀ ਨਹੀਂ ਹੁੰਦੀ ਕਿਉਂਕਿ ਕਰਮ ਖੜਾ। ਉਹ ਕਰਮ ਹਟੇ ਤਾਂ ਜਾ ਕੇ ਕਿਤੇ ਗਰੀਬੀ ਦੂਰ ਹੋਵੇ। ਅਤੇ ਕਰਮ ਕੱਢਦਾ ਹੈ ਨਾਮ ਜਪ ਕੇ, ਬਾਣੀ ਪੜ੍ਹ ਕੇ, ਉਂਝ ਕਰਮ ਨਹੀਂ ਕੱਢਦਾ। ਰੋਣ ਪਿੱਟਣ ਨਾਲ, ਜ਼ੋਰ ਲਾਉਣ ਨਾਲ ਕੋਈ ਕਰਮ ਨਹੀਂ ਕੱਢਦਾ ਹੈ। ਧਰਮ ਕਹਿੰਦਾ ਜੇ ਕਰਮ ਤੁਸੀਂ ਆਪਣਾ ਕੱਟਣਾ ਹੈ ਤਾਂ ਤੁਹਾਨੂੰ ਬਾਣੀ ਪੜ੍ਹਨੀ ਪਏਗੀ ਜਾਂ ਨਾਮ ਜਪਣਾ ਪਏਗਾ। ਅੱਜ ਇਹਨਾਂ ਨੂੰ ਮੈਂ ਚਲੀਹੇ ਦਿਨਾ ਮਗਰ ਇਹੀ ਤਰਕ ਉਹਦੇ ਇਹੀ ਹੈ ਕਿ ਭਾਈ ਜਿਹੜਾ ਤੇਰੀ ਜ਼ਿੰਦਗੀ 'ਚ ਦੁੱਖ ਆਇਆ ਇਹ ਤੇਰੇ ਆਪਣੇ ਹੀ ਮਾੜੇ ਕਰਮ ਕਾਰਨ ਹੈ। ਰੋਣ ਪਿੱਟਣ ਨਾਲ ਦੁੱਖ ਦੂਰ ਨਹੀਂ ਹੋਣਾ। ਤੂੰ ਆ ਨਾਲ ਪਾਠ ਕਰ, ਮਹੀਨਾ 2 ਮਹੀਨੇ 3 ਮਹੀਨੇ ਕਰ। ਉਹ ਜਿਹੜਾ ਕਰਮ ਹੈ ਜਿਸ ਕਰਕੇ ਤੂੰ ਦੁਖੀ ਹੈ ਉਹ ਕਰਮ ਘਟ ਜਾਏਗਾ ਅਤੇ ਤੂੰ ਸੁਖੀ ਹੋ ਜਾਵੇਗਾ। ਇਸ ਲਈ ਗੁਰੂ ਮਹਾਰਾਜ ਕਹਿੰਦੇ ਮਨੁੱਖ ਜਿਹੜਾ ਹੈ ਇਹਨੂੰ ਪੁੰਨਦਾਨ ਵੀ ਨਾਲ ਕਰਨਾ ਚਾਹੀਦਾ ਹੈ, ਕਿਉਂਕਿ ਅੱਜ ਪੁੰਨਦਾਨ ਕਰੇਗਾ ਪੁਰਾਤਨ ਗ੍ਰੰਥ ਨੇ 70 ਗੁਣਾ ਵੱਧ ਮਿਲਦਾ ਹੈ। 1 ਰੁਪਈਆ ਦਾਨ ਕਰੋ, ਅਗਲੇ ਦਿਨ 70 ਰੁਪਈਏ ਮਿਲਦੇ ਨੇ। ਚਲੋ ਖੈਰ, ਪਰ ਫਲ ਜ਼ਰੂਰ ਮਿਲਦਾ। 70 ਗੁਣਾ ਮਿਲੇ ਕਿ ਬਰਾਬਰ ਦਾ ਮਿਲੇ, ਫਲ ਕਰਮ ਦਾ ਜ਼ਰੂਰ ਮਿਲਦਾ, ਚੰਗੇ ਦਾ ਵੀ ਮੰਦੇ ਦਾ ਵੀ। ਇਸ ਲਈ ਅੱਗੇ ਕਹਿੰਦੇ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ। ਬਿਗੜ ਰੂਪ ਕਰੂਪ ਹੋ ਜਾਣਾ। ਕਿਤੇ ਮੂੰਹ ਟੇਢਾ ਹੋ ਗਿਆ, ਕਿਤੇ ਲੱਤ ਬਾਂਹ ਟੁੱਟ ਗਈ, ਕਿਤੇ ਕੋਈ ਲਕਵਾ ਹੋ ਗਿਆ, ਕਿਸੇ ਨੂੰ ਕੈਂਸਰ ਹੋ ਗਿਆ, ਕਿਸੇ ਨੂੰ ਕੁਛ ਹੋ ਗਿਆ, ਕਿਸੇ ਮੂੰਹ 'ਤੇ ਸੱਟ ਵੱਜ ਬੈਠੀ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਕੋਈ ਜ਼ਰੂਰੀ ਨਹੀਂ ਕਿ ਇਸੇ ਜਨਮ 'ਚ ਹੀ ਫਲ ਮਿਲ ਜਾਏਗਾ। ਕਈ ਕਰਮਾਂ ਦਾ ਫਲ ਇਸੇ ਜਨਮ 'ਚ ਮਿਲ ਜਾਂਦਾ ਹੈ, ਪਰ ਕਈ ਕਰਮਾਂ ਦਾ ਫਲ ਅਗਲੇ ਜਨਮ, ਉਦੋਂ ਅਗਲੇ, ਉਦੋਂ ਅਗਲੇ, ਉਦੋਂ ਅਗਲੇ, ਉਦੋਂ ਅਗਲੇ ਜਾ ਕੇ ਮਿਲਦਾ ਹੈ। ਕਿਉਂ ਜਦੋਂ ਉਸ ਕਰਮ ਦੀ ਵਾਰੀ ਆਉਣੀ ਹੈ ਤਾਂ ਫਲ ਮਿਲਣਾ ਹੈ। ਅੱਜ ਤਾਂ ਅਸੀਂ ਪਿਛਲੇ ਕਿਹੜੇ ਜਨਮਾਂ ਦੇ ਕਰਮ ਭੋਗ ਰਹੇ ਹਾਂ, ਜਿਹੜੇ ਹੁਣ ਕਰ ਰਹੇ ਹਾਂ। ਕਈ ਵਾਰ ਤੁਸੀਂ ਦੇਖਿਆ ਨੇ ਲੁੱਚਾ ਲਫੰਗਾ ਬੰਦਾ ਬਿਲਕੁਲ ਬਿਨਾਂ ਕਿਸੇ ਤਕਲੀਫ ਦੇ ਸਰੀਰ ਤਿਆਗ ਦਿੰਦਾ ਹੈ। ਕਈ ਵਾਰੀ ਭਜਨ ਬੰਦਗੀ ਕਰਨ ਵਾਲਾ ਬੰਦਾ ਕਿੰਨੀ ਦੇਰ ਹਸਪਤਾਲ 'ਚ ਪਿਆ ਰਹਿੰਦਾ ਹੈ। ਔਰ ਕਹਿੰਦਾ ਭਜਨ ਬੰਦਗੀ ਕਰਨ ਦਾ ਕਿਆ ਫਾਇਦਾ ਹੈ। ਆਹ ਦੇਖ ਲੁੱਚਾ ਲਫੰਗਾ ਸੀ, ਉਹਦੀ ਪਤਾ ਲੱਗ ਮਰ ਗਿਆ। ਇੱਕ ਦਿਨ ਵੀ ਦਾਖਲ ਨਹੀਂ ਹੋਇਆ, ਹਾਰਟ ਅਟੈਕ ਹੋਇਆ, ਹਸਪਤਾਲ ਜਾਣ ਦੀ ਲੋੜ ਨਹੀਂ, ਘਰ ਹੀ ਮਰ ਗਿਆ, ਘਰ ਹੀ ਮਰ ਗਿਆ। ਕਈਆਂ ਨੂੰ ਤੁਰੰਤ ਸਜ਼ਾ ਮਿਲਦੀ ਹੈ, ਕਈਆਂ ਨੂੰ ਦੇਰ ਨਾਲ ਮਿਲਦੀ ਹੈ। ਹਰ ਇੱਕ ਕਰਮ ਦੀ ਸਜ਼ਾ ਜਾਂ ਇਨਾਮ ਹਰ ਇਨਸਾਨ ਨੂੰ ਮਿਲਣਾ ਹੀ ਮਿਲਣਾ। ਇਹ ਕਰਮਾਂ ਤੋਂ ਕੋਈ ਨਹੀਂ ਬਚ ਸਕਦਾ। ਇਸ ਲਈ ਕਰਮ ਹੀ ਬੜੇ ਧਿਆਨ ਨਾਲ ਕਰਨੇ ਚਾਹੀਦੇ। ਜਦੋਂ ਆਪ ਹੀ ਭੋਗਣੇ ਨੇ, ਆਪ ਹੀ ਕਰਮ ਕਰਨੇ ਅਤੇ ਫਿਰ ਆਪ ਹੀ ਭੋਗਣੇ ਨੇ। ਮੇਰਾ ਕਰਮ ਕਿਸੇ ਨੇ ਭੋਗਣਾ ਹੋਵੇ ਤਾਂ ਹੋਰ ਗੱਲ ਹੈ, ਮੈਂ ਕਰਮ ਕੀਤਾ ਮੈਂ ਹੀ ਭੋਗਣਾ।
मैं ही भोगना, इस जन्म 'ਚ भोगा, अगले 'ਚ भोगा, अगले 'ਚ भोगा, अगले 'ਚ भोगा। जिवें ਧ੍ਰਿਤਰਾਸ਼ਟਰ ਜਦੋਂ ਮਹਾਭਾਰਤ ਦਾ ਯੁੱਧ ਸਮਾਪਤ ਹੋ ਗਿਆ, ਕ੍ਰਿਸ਼ਨ ਮਹਾਰਾਜ ਪਾਂਡਵਾਂ ਨੂੰ ਕਹਿੰਦੇ, ਭਾਈ ਧ੍ਰਿਤਰਾਸ਼ਟਰ ਦਾ 100 ਪੁੱਤਰ ਸੀ, ਉਹ 100 ਦਾ 100 ਮਰ ਗਿਆ ਹੈ, ਚਲੋ ਅਫਸੋਸ ਕਰ ਆਈਏ। ਭਲੇ ਜ਼ਮਾਨੇ ਸਨ, ਅੱਜ ਕੱਲ੍ਹ ਤਾਂ ਲੱਗਾ ਚੰਗਾ ਮਰ ਗਏ, ਚੰਗਾ ਲੈ, ਹਾਂ ਸਾਨੂੰ ਇਹਦੇ ਕਿ ਕਹਿੰਦਾ ਮੈਂ ਤਾਂ ਸੂਈ ਦੇ ਨੱਕੇ ਜਿਹੀ ਨਹੀਂ ਤੁਹਾਨੂੰ ਥਾਣੀ ਦੇ, ਇਹਦੇ ਨਾਲ ਕਦਾ ਕਹਿੰਦੇ ਅਫਸੋਸ ਕਰਨਾ ਨਹੀਂ। ਕ੍ਰਿਸ਼ਨ ਮਹਾਰਾਜ ਕਹਿੰਦੇ ਭਾਈ ਉਹਦਾ 100 ਪੁੱਤਰ ਮਰ ਗਿਆ ਹੈ ਅਤੇ ਚਲੋ ਅਫਸੋਸ ਕਰਿਓ। ਕ੍ਰਿਸ਼ਨ ਮਹਾਰਾਜ ਚਲੇ ਗਏ, ਪਾਂਡਵ ਵੀ ਚਲੇ ਗਏ, ਅਫਸੋਸ ਕਰਨ ਲੱਗ ਪਏ। ਧ੍ਰਿਤਰਾਸ਼ਟਰ ਕਹਿੰਦਾ ਵੀ ਕ੍ਰਿਸ਼ਨ ਮੇਰਾ 100 ਪੁੱਤਰ ਕਿਉਂ ਮਰਿਆ, ਕਿਉਂ ਮਰਿਆ? ਕ੍ਰਿਸ਼ਨ ਮਹਾਰਾਜ ਕਹਿੰਦੇ ਇਹ ਤੁਹਾਡਾ ਆਪਣਾ ਹੀ ਕਸੂਰ ਹੈ, ਕਿ ਮੈਨੂੰ ਕਿਵੇਂ ਪਤਾ ਲੱਗੇ। ਕ੍ਰਿਸ਼ਨ ਮਹਾਰਾਜ ਨੇ ਉਹਨੇ ਸਿਰ 'ਤੇ ਸੋਟੀ ਰੱਖਤੀ ਜਾਂ ਹੱਥ ਰੱਖਤਾ, ਧ੍ਰਿਤਰਾਸ਼ਟਰ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਗਈ। ਉਹ ਪਿੱਛੇ 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 ਜਿਹੜਾ ਹੈ ਚਲੇ 104 ਜਨਮ ਪਿੱਛੇ ਚਲੇ ਗਏ। 104 ਜਨਮ ਪਿੱਛੇ ਜਦੋਂ ਗਿਆ ਨਾ, ਕ੍ਰਿਸ਼ਨ ਮਹਾਰਾਜ ਨੇ ਉਹ ਜਿਹੜੀ ਸੀ ਚੱਕਰੀ ਉਹ ਰੋਕਤੀ। ਧ੍ਰਿਤਰਾਸ਼ਟਰ ਕੀ ਵੇਖਦੇ, ਉਦੋਂ ਵੀ ਰਾਜਾ ਸੀ ਉਹ, 104 ਜਨਮ ਪਹਿਲਾਂ ਵੀ ਰਾਜਾ ਸੀ। ਉਹਨੇ 100 ਹੰਸ ਪਾਲਿਆ ਹੋਇਆ ਸੀ ਅਤੇ ਉਹ ਹੰਸਾਂ ਨੂੰ ਬੜਾ ਪਿਆਰ ਕਰਦਾ ਸੀ, ਜਿਵੇਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਕਈ ਨਾ ਜਾਨਵਰ ਕਰਦੇ। ਕੋਈ ਕੁੱਤਾ ਪਾਲ ਲੈਂਦਾ, ਕੋਈ ਬਿੱਲੀ ਪਾਲ ਲੈਂਦਾ, ਕੋਈ ਤੋਤਾ ਪਾਲ ਲੈਂਦੇ ਸਿਰ ਪਸ਼ੂ। ਮੈਂ ਦੇਖਿਆ ਉਹਨਾਂ ਨੂੰ ਬਹੁਤ ਪਿਆਰ ਕਈ ਕਰਦੇ ਨੇ। ਕਈ ਵਾਰੀ ਬੱਚਾ ਆਪਣੇ ਬੁੱਢੇ ਮਾਂ ਪਿਓ ਬਾਰੇ ਨਹੀਂ ਪੁੱਛਦਾ ਵੀ ਮੰਮੀ ਡੈਡੀ ਤੁਹਾਨੂੰ ਕੋਈ ਖਾਣ ਨੂੰ ਮਿਲਿਆ, ਆ ਕੇ ਪੁੱਛ। ਕੁੱਤੇ ਨੂੰ ਦੁੱਧ ਪਾਤਾ ਸੀ, ਕੁੱਤੇ ਨੂੰ ਪਾਣੀ ਪਿਲਾਤਾ ਸੀ। ਕੁੱਤਾ ਬਿਮਾਰ ਹੋ ਜਾਏ ਉਹਨੂੰ ਹਸਪਤਾਲ ਚੱਕ ਕੇ ਲੈ ਕੇ ਜਾਂਦੇ ਨੇ, ਬਾਪੂ ਬੇਬੇ ਬਿਮਾਰ, ਉਹ ਕੋਈ ਨਹੀਂ ਮੁੜਿਆ, ਐਵੇਂ ਨਾ ਰੌਲਾ ਪਾ, ਲੈ ਚੱਲਾਂਗੇ ਤੈਨੂੰ, ਉਹਨੂੰ ਐਂ ਕਹੂਗਾ। ਇਸ ਤਰ੍ਹਾਂ ਰਾਜਾ ਹੰਸਾਂ ਨੂੰ ਬੜਾ ਪਿਆਰ ਕਰਦਾ। ਉਹਨੂੰ ਰੋਜ਼ ਮਾਸ ਖਾਣ ਦੀ ਆਦਤ ਸੀ। ਧ੍ਰਿਤਰਾਸ਼ਟਰ ਜਦੋਂ 104 ਦਿਨ ਪਹਿਲਾਂ ਸੀ, ਬਰਸਾਤਾਂ ਹੋਣ ਕਰਕੇ ਸ਼ਿਕਾਰੀਆਂ ਨੂੰ ਕੋਈ ਸ਼ਿਕਾਰ ਹੀ ਨਹੀਂ ਲੱਭਾ। ਉਹ ਆ ਕੇ ਕਹਿੰਦੇ ਵੀ ਰਾਜਨ ਅੱਜ ਕੋਈ ਸ਼ਿਕਾਰ ਨਹੀਂ ਮਿਲਿਆ। ਉਹ ਕਹਿੰਦਾ ਵੀ ਮੈਂ ਤਾਂ ਭਾਵੇਂ ਕੁਛ ਕਰੋ, ਮੈਂ ਤਾਂ ਮੀਟ ਨਾਲ ਹੀ ਰੋਟੀ ਖਾਣੀ ਹੈ। ਇੱਕ ਕੋਲੋਂ ਕਹਿੰਦਾ ਵੀ ਜਿਹੜਾ ਤੁਸੀਂ 100 ਹੰਸ ਪਾ ਲਿਆ ਨਾ ਰਾਜਨ, ਹੰਸ ਦਾ ਜਿਹੜਾ ਮੀਟ ਹੈ ਬੜਾ ਸਵਾਦੀ ਹੁੰਦਾ, ਜੇ ਕਹੋ ਤਾਂ ਬਣਾ ਦਈਏ, ਕਹਿੰਦਾ ਬਣਾ ਦਿਓ। ਜੋ ਬਣਾ ਕੇ ਤਾਂ ਬੜਾ ਸਵਾਦ ਹੈ, ਕਹਿੰਦਾ ਰੋਜ਼ ਇੱਕ ਬਣਾਇਆ ਕਰੋ। 100 ਹੰਸ ਵਾਰੀ ਵਾਰੀ ਕਰਕੇ ਖਾ ਗਿਆ। ਅਤੇ ਕ੍ਰਿਸ਼ਨ ਮਹਾਰਾਜ ਕਹਿੰਦੇ ਉਹ 100 ਹੰਸ ਹੀ ਤੇਰਾ ਇਸ ਜਨਮ 'ਚ ਪੁੱਤਰ ਬਣੇ ਸਨ। ਤੂੰ ਉਹਨਾਂ ਨੂੰ ਪੁੱਤਰਾਂ ਦੀ ਤਰ੍ਹਾਂ ਪਾਲਿਆ ਸੀ ਹੰਸਾਂ ਨੂੰ, ਉਹ ਤੂੰ ਆਪ ਹੀ ਉਹਨਾਂ ਨੂੰ ਖਾ ਗਿਆ, ਇਸ ਲਈ 100 ਦੇ 100 ਤੇਰੇ ਸਾਹਮਣੇ ਮਰ ਗਏ ਨੇ। ਕਹਿੰਦਾ ਚਲੋ ਇਹ ਤਾਂ ਮੈਂ ਦੇਖ ਲਿਆ, ਸਮਝ ਆ ਗਈ ਹੈ। ਕਹਿੰਦੇ ਕ੍ਰਿਸ਼ਨ, ਕਹਿੰਦੇ ਮੈਂ ਜਨਮ ਤੋਂ ਹੀ ਅੰਨਾ ਕਿਉਂ ਹਾਂ? ਕਹਿੰਦੇ ਵੀ ਤੁਹਾਡਾ ਹੀ ਆਪਣਾ ਕਸੂਰ ਹੈ, ਤੁਸੀਂ ਆਪਣੇ ਕਰਮ ਦਾ ਫਲ ਭੋਗ ਰਹੇ ਹੋ। ਕਹਿੰਦੇ ਮੈਨੂੰ ਕਿਵੇਂ ਪਤਾ ਲੱਗੇ? ਪਹਿਲਾਂ ਤਾਂ 104 ਜਨਮ ਪਿੱਛੇ ਲੈ ਕੇ ਗਏ ਸੀ, ਫਿਰ 100 ਜਨਮ ਪਿੱਛੇ ਲੈ ਗਏ। 100 ਜਨਮ ਪਿੱਛੇ ਜਦ ਧ੍ਰਿਤਰਾਸ਼ਟਰ ਚਲੇ, ਕੀ ਦੇਖਦੇ 14-15 ਸਾਲਾਂ ਦਾ ਮੁੰਡਾ ਆਪ ਬਣਿਆ ਹੋਇਆ, ਆਪਣੇ ਦੋਸਤਾਂ ਦੇ ਨਾਲ ਜੰਗਲ ਦੇ ਵਿੱਚ ਡੰਗਰ ਚਾ ਰਿਹਾ ਹੈ। ਦਰਖਤ ਹੇਠਾਂ ਬੈਠੇ ਨੇ, ਇੱਕ ਵੱਡਾ ਸਾਰਾ ਕਿਰਲਾ, ਇੱਕ ਤਾਂ ਕਿਰਲੀਆਂ ਹੁੰਦੀਆਂ ਨੇ, ਇੱਕ ਕਿਰਲੇ ਹੁੰਦੇ ਨੇ, ਇੱਕ ਪਿੰਡਾਂ ਕਹਿੰਦੇ ਕੋੜ ਕਿਰਲਾ, ਵੱਡਾ ਸਾਰਾ ਕਿਰਲਾ ਜਿਹੜਾ ਹੁੰਦਾ ਸੀ, ਉਹ ਕਿਰਲਾ ਹੇਠਾਂ ਉਤਰਿਆ। ਧ੍ਰਿਤਰਾਸ਼ਟਰ ਨੇ ਕੀ ਕੀਤਾ, ਉਹਦੇ ਉੱਤੇ ਕੱਪੜਾ ਪਾ ਲਿਆ, ਉਹਨੂੰ ਫੜ ਲਿਆ, ਵੇਖ ਰਿਹਾ ਹੁਣ ਵਾਲਾ ਧ੍ਰਿਤਰਾਸ਼ਟਰ 100 ਜਨਮ ਪਹਿਲਾਂ ਵੇਖ ਰਿਹਾ ਆਪਣੇ ਆਪ ਨੂੰ, ਫੜ ਲਿਆ। ਜਾ ਕੇ ਇੱਕ ਦਰਖਤ ਦਾ ਕੰਡਾ ਤੋੜਿਆ, ਕੰਡਾ ਤੋੜ ਕੇ ਉਹ ਕਿਰਲੇ ਦੀ ਅੱਖਾਂ 'ਚ ਮਾਰ ਰਿਹਾ ਹੈ, ਕਿਰਲੇ ਨੂੰ ਅੰਨ੍ਹਿਆ ਕਰਤਾ। ਅਤੇ ਕ੍ਰਿਸ਼ਨ ਮਹਾਰਾਜ ਨੇ ਹੱਥ ਚੱਕ ਲਿਆ,
ਕਹਿੰਦੇ ਧ੍ਰਿਤਰਾਸ਼ਟਰ 100 ਜਨਮ ਪਹਿਲਾਂ ਤੂੰ ਕਿਰਲੇ ਨੂੰ ਅੰਨ੍ਹਿਆ ਕੀਤਾ ਸੀ, ਉਹ ਹੁਣ ਤੇਰੀ ਇਸ ਜਨਮ 'ਚ ਵਾਰੀ ਹੈ ਉਸ ਪਾਪ ਦੀ, ਹੁਣ ਇਸ ਤੂੰ ਜਨਮ ਤੋਂ ਅੰਨਾ ਹੋ ਗਿਆ। ਹਰ ਮਨੁੱਖ ਆਪਣੇ ਕਰਮ ਭੋਗਦਾ ਹੈ। 100 ਜਨਮਾਂ ਬਾਅਦ ਵੀ ਵਾਰੀ ਆ ਸਕਦੀ ਹੈ, 104 ਜਨਮ ਬਾਅਦ ਵੀ ਵਾਰੀ ਆ ਸਕਦੀ ਹੈ। ਮਨੁੱਖ ਆਪਣੇ ਕਰਮ ਭੋਗੇ ਬਿਨਾਂ ਭਾਗੇ ਨਹੀਂ। ਹਾਂ, ਜਾਂ ਫਿਰ ਭਜਨ ਬੰਦਗੀ ਹੀ ਇੰਨੀ ਕਰੇ ਕਿ ਭਜਨ ਬੰਦਗੀ ਕਰਦਾ 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 ਗੁਰਬਾਣੀ ਕਹਿੰਦੇ ਹਰ ਕਾ ਨਾਮ ਕੋਟ ਪਾਪ ਖੋਵੈ। ਪਰਮਾਤਮਾ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰਦਾ। ਇੱਕ ਅੱਧੀ ਗੱਲ ਹੀ ਛੱਡੋ। ਜਾਂ ਤਾਂ ਫਿਰ ਇੰਨੀ ਭਜਨ ਬੰਦਗੀ ਕੀਤੀ ਹੋਏ ਕਿ ਪਿਛਲੇ ਜਨਮ ਜਿੰਨੇ ਪਾਪ ਕਰਮ ਕੀਤੇ ਨੇ ਸਾਰੇ ਧੋਤੇ ਜਾਣ, ਅਤੇ ਜੇ ਨਹੀਂ ਕਰਦੇ ਤਾਂ ਫਿਰ ਉਹ ਕਰਮ ਖੜੇ ਨੇ। ਇਸ ਲਈ ਕਹਿੰਦੇ ਸੰਤ ਕਾ ਦੋਖੀ ਬਿਗੜ ਰੂਪ ਹੋ ਜਾਏ, ਬਦ ਸ਼ਕਲ ਹੋ ਜਾਂਦਾ ਹੈ। ਬਿਗੜ ਰੂਪ ਬਦ ਸ਼ਕਲ ਹੋ ਜਾਂਦਾ। ਜਿਹੜਾ ਸੰਤਾਂ ਦੀ ਨਿੰਦਿਆ ਕਰ ਦਿੰਦਾ ਇੱਕ ਦਿਨ ਦਾ ਉਹ ਬਦ ਸ਼ਕਲ ਹੋ ਜਾਂਦਾ। ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜ਼ਾਏ। ਸੰਤ ਦਾ ਜਿਹੜੇ ਨਿੰਦਕ ਉਹਨੂੰ ਦਰਗਾਹ ਦੇ ਵਿੱਚ ਸਜ਼ਾ ਮਿਲਦੀ। ਇਹਨੂੰ ਦਰਗਾਹ ਨਹੀਂ ਪੜ੍ਹਨਾ, ਇਹ ਅਰਬੀ ਫਾਰਸੀ ਦਾ ਸ਼ਬਦ ਹੈ ਅਤੇ ਇਹਦਾ ਉਚਾਰਨ ਹੈ ਦਰਗਾਹ। ਇਸ ਤਰ੍ਹਾਂ ਸਜਾਏ ਨਹੀਂ ਪੜ੍ਹਨਾ। ਸਜਾਏ ਹੁੰਦਾ ਕਿਸੇ ਚੀਜ਼ ਨੂੰ ਸਜਾਉਣਾ। ਇਹ ਹੈ ਸਜ਼ਾਏ। ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣੀ ਹੈ ਸਜ਼ਾ। ਜਿਵੇਂ ਕਹਿਣ ਜੀ 2 ਸਾਲ ਦੀ ਸਜ਼ਾ ਹੋ ਗਈ ਹੈ, ਉਹ ਹੈ ਸਜ਼ਾਏ। ਸੰਤ ਕੇ ਦੋਖੀ ਕੋ ਦਰਗਾਹ ਮਿਲੇ ਸਜ਼ਾਏ। ਜਿਹੜਾ ਸੰਤ ਦਾ ਨਿੰਦਕ ਹੁੰਦਾ ਨਾ ਉਹਨੂੰ ਦਰਗਾਹ 'ਚ ਪਰਮਾਤਮਾ ਫਿਰ ਸਜ਼ਾ ਦਿੰਦਾ ਕਿ ਮੈਂ ਤੈਨੂੰ ਭੇਜਿਆ ਸੀ ਜਾ ਕੇ ਮੇਰਾ ਨਾਮ ਜਪ, ਤੂੰ ਮੇਰਾ ਨਾਮ ਨਹੀਂ ਜਪਿਆ, ਸਗੋਂ ਜਿਹੜੇ ਮੇਰਾ ਨਾਮ ਜਪਿਆ ਤੂੰ ਉਹਦੀ ਨਿੰਦਿਆ ਕਰਦਾ ਰਿਹਾ, ਉਹਨੂੰ ਫਿਰ ਪਰਮਾਤਮਾ ਸਜ਼ਾਵਾਂ ਦਿੰਦਾ। ਸੰਤ ਕਾ ਦੁਖੀ ਸਦਾ ਸਹਿਕਾਈਏ। ਸਹਿਕਣਾ ਹੁੰਦਾ ਤੜਫਣਾ। ਜਿਵੇਂ ਕਿਸੇ ਜਾਨਵਰ ਨੂੰ ਤੁਸੀਂ ਜ਼ਖਮੀ ਕਰ ਦਿਓ ਅਤੇ ਉਹ ਤੜਫਦਾ ਰਹਿੰਦਾ, ਸਹਿਕਦਾ ਰਹਿੰਦਾ ਹੈ। ਇਸ ਲਈ ਸੰਤਾਂ ਦਾ ਜਿਹੜਾ ਨਿੰਦਕ ਹੁੰਦਾ ਸਦਾ ਹੀ ਸਹਿਕਦਾ ਰਹਿੰਦਾ, ਤੜਫਦਾ ਰਹਿੰਦਾ, ਉਹ ਮਨ ਨੂੰ ਅਸ਼ਾਂਤ ਰਹਿੰਦਾ। ਸੰਤ ਕਾ ਦੋਖੀ ਨਾ ਮਰੈ ਨਾ ਜੀਵਾਈਏ। ਸੰਤ ਦਾ ਨਿੰਦਕ ਨਾ ਮਰਿਆਂ 'ਚ ਨਾ ਜਿਉਂਦਿਆਂ 'ਚ, ਨਾ ਮਰਿਆਂ 'ਚ ਨਾ ਜਿਉਂਦੇ। ਕਈਆਂ ਦੀ ਜ਼ਿੰਦਗੀ ਐਸੀ ਹੋ ਜਾਂਦੀ ਦੁੱਭਰ, ਉਹ ਕਹਿੰਦੇ ਨੇ ਸਾਡਾ ਕਾਹਦਾ ਜੀਵਨ ਹੈ ਜੀ, ਨਾ ਅਸੀਂ ਮਰਿਆਂ 'ਚ ਨਾ ਅਸੀਂ ਜਿਉਂਦਿਆਂ 'ਚ। ਕਈ ਵਾਰੀ ਜ਼ਿੰਦਗੀ ਐਸੀ ਹੋ ਜਾਂਦੀ ਹੈ, ਬੜੀ ਤਰਸ ਭਰਪੂਰ ਜ਼ਿੰਦਗੀ ਹੋ ਜਾਂਦੀ ਹੈ। ਜਿਉਂਦੇ ਰਹੇ ਪਰ ਉਹ ਵੀ ਕਾਹਦਾ ਜਿਉਣਾ। ਜਿੱਥੇ ਖਾਣ ਪੀਣ ਨੂੰ ਨਾ ਮਿਲੇ, ਕੋਈ ਰਹਿਣ ਨੂੰ ਘਰ ਨਾ ਮਿਲੇ, ਪਾਉਣ ਨੂੰ ਕੋਈ ਚੱਜ ਦਾ ਕੱਪੜਾ ਨਾ ਮਿਲੇ। ਦੇਖੋ ਕਈ ਸਾਲ ਹੋਏ ਅਖਬਾਰ ਛਪਿਆ ਕਿ ਹਿੰਦੁਸਤਾਨ ਦੇ ਵਿੱਚ 18 ਕਰੋੜ ਲੋਕ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ। ਭੁੱਖੇ ਸੌਂਦੇ। ਹੁਣ ਜਿਹੜਾ ਰਾਤ ਨੂੰ ਭੁੱਖਾ ਸੌਂਦਾ ਤੁਸੀਂ ਅੰਦਾਜ਼ਾ ਲਾਓ ਉਹਦੇ ਕੋਲ ਕਿਹੜਾ ਘਰ ਹੋਵੇਗਾ। ਇਹਨਾਂ ਲੋਕਾਂ ਕੋਲ ਘਰ ਹੀ ਕੋਈ ਨਹੀਂ। ਘਰ ਤਾਂ ਛੱਡੋ, ਝੌਂਪੜੀ ਵੀ ਨਹੀਂ ਹੈਗੀ। ਕਿੰਨੇ ਲੋਕ ਨੇ ਜੇ ਸੜਕਾਂ ਦੇ ਕੰਢਿਆਂ 'ਤੇ ਸ਼ਾਮਾਂ ਨੂੰ ਸੌਂਦੇ ਨੇ। ਕਿੰਨੇ ਲੋਕ ਨੇ ਜਿਹੜੇ ਰੇਲਵੇ ਸਟੇਸ਼ਨਾਂ 'ਤੇ ਪਲੈਟਫਾਰਮ 'ਤੇ ਸੌਂਦੇ ਨੇ। ਕਿੰਨੇ ਲੋਕ ਨੇ ਜਿਹੜੇ ਬੱਸ ਸਟੈਂਡ 'ਤੇ ਸੌਂਦੇ ਨੇ। ਝੌਂਪੜੀ ਵੀ ਨਹੀਂ ਰਹਿਣ ਨੂੰ ਹੈਗੀ। ਨਾ ਰਹਿਣ ਨੂੰ ਝੌਂਪੜੀ ਹੈ, ਨਾ ਕੋਈ ਖਾਣ ਨੂੰ ਚੱਜ ਦੀ ਰੋਟੀ ਹੈ। ਇਸ ਲਈ ਉਹ ਕਹਦਾ ਉਹ ਨਾ ਜਿਉਂਦਿਆਂ 'ਚ ਨਾ ਮਰਿਆਂ 'ਚ। ਇਹੋ ਜਿਹਾ ਹਾਲ ਜਿਹੜਾ ਸੰਤਾਂ ਦੇ ਨਿੰਦਕ ਦਾ ਹੋ ਜਾਂਦਾ। ਸੰਤ ਕੇ ਦੋਖੀ ਕੀ ਪੁਜੈ ਨਾ ਆਸਾ। ਦੋਖੀ ਹੁੰਦਾ ਦੂਸ਼ਣ ਲਾਉਣ ਵਾਲਾ, ਨਿੰਦਿਆ ਕਰਨ ਵਾਲਾ। ਜਿਹੜਾ ਸੰਤਾਂ ਦੀ ਨਿੰਦਿਆ ਕਰਦਾ ਉਹਦੀ ਕੋਈ ਇੱਛਾ ਪੂਰੀ ਹੀ ਨਹੀਂ ਹੁੰਦੀ। ਪੁੱਜਿਆ ਤਾਂ ਪੂਰਾ ਹੋਣਾ। ਸੰਤ ਕੇ ਦੋਖੀ ਕੀ ਪੁਜੈ ਨਾ ਆਸਾ। ਉਹਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ। ਕਿਉਂ? ਇੱਛਾਵਾਂ ਪੂਰੀਆਂ ਕਰਨੀਆਂ ਪਰਮਾਤਮਾ ਨੇ, ਅਤੇ ਪਰਮਾਤਮਾ ਉਸ 'ਤੇ ਨਾਰਾਜ਼ ਹੈ। ਦਸਮ ਪਾਤਸ਼ਾਹ ਕਹਿੰਦੇ ਬਈ ਸੰਤਾਂ ਦੇ ਦੁੱਖ ਪਾਉਣ ਨਾਲ ਪਰਮਾਤਮਾ ਦੁਖੀ, ਸੰਤਾਂ ਦੇ ਸੁਖੀ ਹੋਣ ਨਾਲ ਪਰਮਾਤਮਾ ਸੁਖੀ। ਜਿਹੜਾ ਕੋਈ ਸੰਤਾਂ ਨੂੰ ਦੁੱਖ ਦਿੰਦਾ ਸਮਝੋ ਪਰਮਾਤਮਾ ਨੂੰ ਦੁੱਖ ਦੇ ਰਿਹਾ, ਅਤੇ ਜਿਹੜਾ ਕੋਈ ਸੰਤਾਂ ਨੂੰ ਸੁੱਖ ਦੇ ਰਿਹਾ ਸਮਝੋ ਪਰਮਾਤਮਾ ਨੂੰ ਸੁੱਖ ਦੇ ਰਿਹਾ। ਪਰਮਾਤਮਾ ਖੁਸ਼ ਹੁੰਦਾ ਵੀ ਹਾਂ ਮੇਰੀ ਭਜਨ ਬੰਦਗੀ ਕਰਦੇ ਸਨ, ਲੋਕ ਇਹਨਾਂ ਦੀ ਸਹਾਇਤਾ ਕਰਦੇ ਨੇ। ਇਸ ਲਈ ਪਰਮਾਤਮਾ ਫਿਰ ਉਹਦੀ ਕੋਈ ਇੱਛਾ ਹੀ ਨਹੀਂ ਪੂਰੀ ਹੋਣ ਦਿੰਦਾ।
ਉਹਨੂੰ ਸਮਝ ਨਹੀਂ ਆਉਂਦੀ ਮੇਰੀ ਇੱਛਾ ਪੂਰੀ ਕਿਉਂ ਨਹੀਂ ਵੀ ਤੂੰ ਨਿੰਦਿਆ ਕਰੇ। ਪਰਮਾਤਮਾ ਨਿੰਦਕ ਤੇ ਸਖਤ ਨਾਰਾਜ਼ ਹੁੰਦਾ ਹੈ। ਸੰਤ ਕਾ ਦੋਖੀ ਉੱਠ ਚਲੈ ਨਰਸ। ਇਸ ਲਈ ਸੰਤਾਂ ਦਾ ਜਿਹੜਾ ਨਿੰਦਕ ਹੈ ਜੇ ਇਸ ਸੰਸਾਰ 'ਤੇ ਜਾਂਦਾ ਨਿਰਾਸ਼ ਜਾਂਦਾ ਕਿਉਂ ਇੱਛਾ ਪੂਰੀ ਕੋਈ ਨਹੀਂ ਹੋਈ। ਨਿਰਾਸ਼ ਬੰਦਾ ਕਦੋਂ ਹੁੰਦਾ ਜਦੋਂ ਕੋਈ ਉਹਦੀ ਆਸਾ ਪੂਰੀ ਨਹੀਂ ਹੁੰਦੀ, ਇੱਛਾ ਪੂਰੀ ਨਹੀਂ ਹੁੰਦੀ। ਇੱਛਾ ਪੂਰੀ ਨਹੀਂ ਹੁੰਦੀ ਇਸ ਲਈ ਨਿਰਾਸ਼ਾ ਹੀ ਚਲਾ ਜਾਂਦਾ। ਸੰਤ ਕੈ ਦੋਖ ਨਾ ਤ੍ਰਿਸ਼ਟੈ ਕੋਏ। ਜਿਹੜਾ ਸੰਤਾਂ ਦੀ ਨਿੰਦਿਆ ਕਹਿੰਦੇ ਉਹਨਾਂ 'ਚ ਕੋਈ ਜ਼ਿੰਦਗੀ 'ਚ ਕਾਮਯਾਬ ਨਹੀਂ ਹੁੰਦਾ। ਤ੍ਰਿਸ਼ਟ ਹੈ ਜ਼ਿੰਦਗੀ ਕਾਮਯਾਬ ਹੋਣਾ। ਨਿੰਦਕ ਲੋਕ ਜ਼ਿੰਦਗੀ 'ਚ ਕਾਮਯਾਬ ਨਹੀਂ ਹੋਇਆ ਕਰਦੇ। ਜੈਸਾ ਭਾਵੈ ਤੈਸਾ ਕੋਈ ਹੋਏ। ਕਿਉਂਕਿ ਜਿਹੋ ਜਿਹੀ ਮਨੁੱਖ ਦੀ ਭਾਵਨਾ ਹੁੰਦੀ ਹੈ ਉਹੋ ਜਿਹੀ ਮਨੁੱਖ ਹੋ ਜਾਂਦਾ ਹੈ। ਅਸੀਂ ਜੋ ਕੁਛ ਵੀ ਆਪਣੀ ਭਾਵਨਾ ਕਰਕੇ ਹਾਂ, ਚੰਗੀ ਭਾਵਨਾ ਚੰਗੇ ਹਾਂ, ਮੰਦੀ ਭਾਵਨਾ ਮੰਦੇ ਹਾਂ। ਸਾਡੀ ਭਾਵਨਾ ਹੀ ਸਾਨੂੰ ਉਹੋ ਜਿਹਾ ਬਣਾਉਂਦੀ ਜਿਹੋ ਜਿਹੀ ਸਾਡੀ ਭਾਵਨਾ ਹੁੰਦੀ, ਉਹੋ ਜਿਹੇ ਅਸੀਂ ਹੋ ਜਾਂਦੇ। ਪਿਆ ਕਿਰਤ ਨਾ ਮੇਟੈ ਕੋਏ। ਜੋ ਧੁਰੋਂ ਲਿਖ ਦਿੱਤਾ ਗਿਆ ਨਾ, ਅਸੀਂ ਜੋ ਪਿਛਲੇ ਜਨਮ 'ਚ ਕਰਮ ਕੀਤੇ। ਇੱਕ ਵਾਰ ਤੁਸੀਂ ਦੇਖਿਆ ਉਹਨੇ ਆਪ ਜੀ ਡਰਾਇੰਗ ਕਿਸੇ ਨਾ ਕਿਸੇ ਜਮਾਤ 'ਚ ਪੜ੍ਹੇ ਹੋਵੋਗੇ। ਡਰਾਇੰਗ ਪੇਪਰ ਹੁੰਦਾ, ਡਰਾਇੰਗ ਬੋਰਡ ਹੁੰਦਾ, ਰਬੜ ਹੁੰਦੀ ਹੈ, ਪੈਨਸਿਲ ਹੁੰਦੀ ਹੈ, ਫੁੱਟਾ ਹੁੰਦਾ। ਫੁੱਟੇ ਦੇ ਨਾਲ ਪੈਨਸਿਲ ਦੇ ਨਾਲ ਤੁਸੀਂ ਡਰਾਇੰਗ ਪੇਪਰ 'ਤੇ ਇੱਕ ਲਕੀਰ ਖਿੱਚਦੇ, ਉਹ ਸਿੱਧੀ ਨਹੀਂ ਖਿੱਚੀ ਗਈ। ਤੁਸੀਂ ਰਬੜ ਲਈ ਉਹਨੂੰ ਮਿਟਾਤਾ, ਮਿਟ ਜਾਏਗੀ। ਪਰ ਜੇ ਤੁਸੀਂ ਪੈਨਸਿਲ ਨਾਲ ਉਸੇ ਲਾਈਨ ਦੇ ਉੱਤੇ 20 ਵਾਰੀ ਪੈਨਸਿਲ ਹੋਰ ਫੇਰ ਦਿਓ ਤਾਂ ਉਹ ਲਾਈਨ ਇੰਨੀ ਗੂੜੀ ਹੋ ਜਾਏਗੀ ਕਿ ਰਬੜ ਨਾਲ ਨਹੀਂ ਮਿਟੇਗੀ, ਕਾਗਜ਼ ਕਾਲਾ ਹੋ ਜਾਏਗਾ, ਲਾਈਨ ਨਹੀਂ ਮਿਟੇਗੀ। ਇਸ ਤਰ੍ਹਾਂ ਜਦੋਂ ਅਸੀਂ ਇੱਕੋ ਹੀ ਕੰਮ ਨੂੰ ਵਾਰੀ 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 ਕਰਦੇ ਹੋ ਸਾਡੀ ਕਿਰਤ ਹੋ ਜਾਂਦੀ ਹੈ। ਜਿਹੜੀ ਕਿਰਤ ਹੈ ਉਹੀ ਅਗਲੇ ਜਨਮ 'ਚ ਫਿਰ ਕਿਸਮਤ ਬਣਦੀ ਹੈ। ਪਿਛਲੇ ਜਨਮ 'ਚ ਕੋਈ ਬੰਦਾ ਵਾਰੀ 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 ਚੋਰੀ ਕਰਦਾ ਰਿਹਾ ਹੈ ਤਾਂ ਉਹਦੀ ਚੋਰੀ ਕਰਨਾ ਇੱਕ ਕਿਰਤ ਹੋ ਗਈ ਹੈ। ਉਹ ਕਿਰਤ ਫਿਰ ਅਗਲੇ ਜਨਮ 'ਚ ਕਿਸਮਤ ਬਣਦੀ ਹੈ। ਅਗਲੇ ਜਨਮ ਫਿਰ ਚੋਰੀਆਂ ਕਰਦਾ ਅਤੇ ਕੁੱਟ ਖਾਂਦਾ, ਫਿਰ ਚੋਰੀ ਕਰਦਾ ਕੁੱਟ ਖਾਂਦਾ, ਕਦੇ ਜੇਲ੍ਹ 'ਚ ਜਾਂਦਾ, ਕਦੇ ਕੁਛ ਕਰਦਾ ਹੈ ਕਿ ਉਹਦੀ ਕਿਰਤ ਹੋ ਗਈ ਹੈ। ਕਿਸੇ ਵੀ ਕਰਮ ਨੂੰ ਜਦੋਂ ਵਾਰੀ ਵਾਰੀ ਕੀਤਾ ਜਾਵੇ ਉਹ ਕਿਰਤ ਹੋ ਜਾਂਦੀ ਹੈ। ਅਤੇ ਗੁਰਬਾਣੀ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਅਸੀਂ ਪਰਮਾਤਮਾ ਨੂੰ ਇਸ ਲਈ ਵਿਛੜ ਗਏ ਹਾਂ ਕਿ ਅਸੀਂ ਪਿਛਲੇ ਜਨਮ 'ਚ ਕਰਮ ਹੀ ਐਸੇ ਕੀਤੇ ਕਿ ਸਾਡਾ ਵਿਛੋੜਾ ਪਰਮਾਤਮਾ ਨਾਲੋਂ ਪੈ ਗਿਆ ਹੈ। ਪਿਆ ਕਿਰਤ ਨਾ ਮੇਟੈ ਕੋਏ। ਉਸ ਪੈ ਕਿਰਤ ਜਿਹੜੀ ਕਿਰਤ ਪੈ ਗਈ ਹੈ ਨਾ, ਪਰ ਜਿਹੜੀ ਕਿਸਮਤ ਲਿਖੀ ਗਈ ਹੈ ਉਹਨੂੰ ਕੋਈ ਨਹੀਂ ਮਿਟਾ ਸਕਦਾ। ਕਿਸੇ ਵੀ ਸੰਸਾਰਕ ਯਤਨ ਨਾਲ ਤੁਹਾਡੀ ਕਿਸਮਤ ਨਹੀਂ ਬਦਲੇਗੀ। ਕਈ ਲੋਕ ਸੋਚਦੇ ਅਸੀਂ ਅਮਰੀਕਾ ਜਾ ਕੇ, ਕੈਨੇਡਾ ਜਾ ਕੇ, ਆਸਟ੍ਰੇਲੀਆ ਜਾ ਕੇ, ਜਾਂ ਦੂਜੇ ਜਾ ਕੇ ਸਾਡੀ ਕਿਸਮਤ ਬਦਲ ਜਾਏਗੀ। ਭੁਲੇਖਾ ਹੈ। ਦੂਜੇ ਦੇਸ਼ਾਂ 'ਤੇ ਤੁਸੀਂ ਇਸ ਲਈ ਜਾ ਰਹੇ ਕਿ ਉੱਥੋਂ ਦਾ ਦਾਣਾ ਪਾਣੀ ਲਿਖਿਆ ਤਾਂ ਤੁਸੀਂ ਦਾਣਾ ਪਾਣੀ ਚੁਗਣ ਜਾ ਰਹੇ ਹੋ। ਕਿਸੇ ਦਾ ਲਿਖਿਆ ਹੁੰਦਾ ਤੈਨੂੰ ਫਲਾਣੇ ਦੇਸ਼ ਜਾ ਕੇ ਜੇਲ੍ਹ ਹੋਵੇਗੀ। ਹੁਣ ਜੇਲ੍ਹ ਅਮਰੀਕਾ 'ਚ ਜਾ ਕੇ ਹੋਣੀ ਹੈ। ਉਹ ਕਰਮ ਜਿਹੜਾ ਹੈ ਤੁਹਾਡਾ, ਕਿਸਮਤ ਤੁਹਾਡੀ ਹੈ, ਉਹ ਤੁਹਾਨੂੰ ਪ੍ਰੇਰ ਦੀ ਰਹਿੰਦੀ ਹੈ, ਪ੍ਰੇਰ ਦੀ ਰਹਿੰਦੀ ਹੈ। ਮੈਂ ਕਹਿੰਦਾ ਤੁਸੀਂ ਗਲਤ ਤਰੀਕੇ ਨਾਲ ਨਾ ਜਾਓ। ਨਹੀਂ ਮੰਨਦੇ, ਨਹੀਂ ਬਾਬਾ ਜੀ ਭੇਜ ਦਿਓ। ਉਹ ਮੈਂ ਤੁਹਾਨੂੰ ਜੇਲ੍ਹ ਹੋ ਜਾਣੀ ਹੈ, ਬਸ ਜੀ ਬਾਬਾ ਜੀ ਭੇਜ ਦਿਓ। ਉਹਨਾਂ ਨੂੰ ਜੇਲ੍ਹ ਹੋਣੀ ਸੀ, ਉਹ ਮੇਰੀ ਨਹੀਂ ਮੰਨੇ ਅਤੇ ਜੇਲ੍ਹ ਹੋ ਗਈ। ਅਤੇ ਨਤੀਜਾ ਕੀ ਨਿਕਲਿਆ? ਟਰੰਪ ਨੇ ਭਰਿਆ ਜਹਾਜ਼ ਉਹਨਾਂ ਸਾਰਿਆਂ ਦਾ ਅੰਮ੍ਰਿਤਸਰ ਲੈ ਕੇ ਉਤਾਰਤਾ। ਜਦ ਦਫਾ ਬੱਚੇ ਤੁਸੀਂ ਸਾਡੇ ਬੰਦੇ ਹੀ ਨਹੀਂ ਹੈਗੇ, ਤੁਹਾਡੇ ਦਾ ਰਿਕਾਰਡ ਹੀ ਕੋਈ ਨਹੀਂ ਸਾਡੇ ਕੋਲ, ਪਰ ਤੁਸੀਂ ਕਿੱਥੋਂ ਦੇ ਕਿੱਥੋਂ ਦੇ ਨਹੀਂ ਹੈ, ਦਫਾ ਹੋ ਜਾਓ। ਇੰਨਾ ਚੰਗਾ ਵੀ ਉਹਨਾਂ ਆਪਣੇ ਖਰਚੇ 'ਤੇ ਭੇਜਦਾ। ਇਸ ਤਰ੍ਹਾਂ ਬੰਦਾ ਉਹ ਲਿਖਿਆ ਹੁੰਦਾ ਉਹ ਮੰਨਦਾ ਹੀ ਨਹੀਂ ਹੈਗਾ, ਜਿੰਨਾ ਮਰਜ਼ੀ ਸਮਝਾ ਲਓ ਨਹੀਂ ਮੰਨਦਾ ਉਹ। ਇੱਕ ਕਹਿੰਦਾ ਜੀ ਮੈਂ ਆਸਟ੍ਰੇਲੀਆ ਜਾਣਾ। ਮੈਂ ਹੈ ਤੂੰ ਨਾ ਜਾ। ਨਹੀਂ ਜ਼ਰੂਰ ਜਾਣਾ ਜੀ, ਮੈਂ ਹੁਕਮਨਾਮਾ ਆ ਰਿਹਾ, ਤੇਰਾ ਨੁਕਸਾਨ ਹੋਏਗਾ। ਨਹੀਂ ਜੀ ਜਾਣਾ ਮੈਂ ਜੀ। ਮੈਂ ਤੂੰ ਜਾ ਸਕਦਾ, ਜਾਣ ਦੀ ਯਸ ਆ ਰਹੀ ਹੈ, ਪਰ ਉੱਥੇ ਜਾ ਕੇ ਤੂੰ ਦੁਖੀ ਹੋਏਗਾ। ਕੋਈ ਨਹੀਂ, ਮੇਰਾ ਦੋਸਤ ਰਹਿੰਦਾ ਜੀ। ਮੈਂ ਇੱਕ ਤਾਂ ਮੈਂ ਬੜਾ ਹੈਰਾਨ ਵੀ ਇਹਨੂੰ ਆਸਟ੍ਰੇਲੀਆ ਦਾ ਕਿੱਥੋਂ ਪਤਾ ਹੈ। ਆਸਟ੍ਰੇਲੀਆ ਦੇ ਲੋਕ ਇਹਨੇ ਆਸਟ੍ਰੇਲੀਆ ਕਿੱਥੇ, ਜੋਗਰਾਫੀ ਇਹਨੂੰ ਪਤਾ ਵੀ ਆਸਟ੍ਰੇਲੀਆ ਕਿੱਥੇ ਹੈ। ਮੈਨੂੰ ਤਾਂ ਨਹੀਂ ਪਤਾ, ਕਹਿੰਦਾ ਮੈਨੂੰ ਏਜੰਟ ਨੇ ਦੱਸਿਆ, ਬਸ ਕੋਈ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਹੈਗੇ। ਚਲੇ ਗਿਆ ਜੀ।
मैंने जाके टैलीफोन किया, बाबा जी पहुँच गए, चंगा भाई बधाइयाँ। 13 दिन बाद मैंने टैलीफोन आया, कहते जो बोलिया मैं कितों बोलिया, कहता सटरिया तो। मैंने पता इको ही गया होया। मैं की गल है, कह जी मैंने 9 साल की जेल हो गई है। कहता मैंने 9 साल की जेल हो गई, मैं कोई वकील कर लै? कह ना जी, जी मेरे ते धारा लगे ना, ये वकील ही कोई नहीं होंदा, मैंने 9 साल जेल च रहना पेगा। पता नहीं की इत्थों लै गए जो उत्थे जाके बेचिया उन्हें फड़िया गया। ये साडी किरत है जिहड़ी सानूं लै के जांदी है, चल तेरे उत्थे जेल होनी है, चल तू नहीं मन्निया हो मेरे। हुण वो जेल लिखी हुई सी, वो लै के ही उत्थे गई उसने। कईयां नूं ये ना किश्ती चढ़ा 300 नूं किश्ती बिठा लेंदे, बड़ी सारी किश्ती होंदी ने, करोड़ां रुपये इकट्ठे एजेंट ने वो मिल पैंदे मिला नूं भी इन्ने करोड़ चक, सारे दे सारे समुंदर डोब दे, बस डुब जाने, गल खत्म है। अपन कोई नहीं पूछे किधर गए, डुब गए जी असीं की करिए। लिखे ही इस तरह होंदा है, इसलिए किरत नहीं मिटदी। जे उन्होंने कहने तुसीं नाम जप लो, बाणी पढ़ लो, तुहाडी किस्मत बदल जाएगी, ना तैयारी नहीं है। चंगा भाई फिर वड्डियां ने तो समझाउणा ही हुंदा, हालां नहीं मनदा, चंगा फिर तू जान तेरा काम जाने। फिर ना पया किरत ना मेटै कोई, नानक जाने सच्चा सोए। उस पर जिहड़ा वो परमात्मा जो सदा रहने वाला है उस नूं ही पता है। इन्हां लोकां नूं नहीं पता कि जिहड़ी असीं किरत कीती है ये नहीं मिटनी, ये भोगनी पैनी है, जां फिर नाम जपना पैना, बाणी पढ़नी पैनी है। बाकी विचारां कल नूं। वाहिगुरू जी का खालसा, वाहिगुरू जी की फतेह।